ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਸਰਦਾਰ ਜਸਵੀਰ ਸਿੰਘ ਪੱਟੀ ਹੋਰਾਂ ਦੇ ਨਾਲ ਹੁਣ ਅਗਲੀ ਜਿਹੜੀ ਗੱਲਬਾਤ ਲੈ ਕੇ ਚੱਲਾਂਗੇ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪੱਟੀ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀਆਂ ਅਹਿਮ ਖਬਰਾਂ ਤੋਂ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੀ ਪ੍ਰਧਾਨਗੀ ਦਾ। ਕਹਿੰਦੇ ਬੁੱਲ ਲਟਕ ਗਿਆ ਜੀ, ਕਹਿੰਦੇ ਕੱਲ ਪ੍ਰਧਾਨ ਬਣਾਉਣਾ ਸੀ, ਹਜੇ ਤੱਕ। ਬਿਲਕੁਲ ਜੀ, ਜਿਹੜੀ ਪ੍ਰਧਾਨਗੀ ਦੀ ਗੱਲ ਉਹ 10 ਤਰੀਕ ਤੱਕ ਉਹਨਾਂ ਦੇ 1 ਸਾਲ ਜਿਹੜਾ ਸੀ ਮਿਆਦ ਵਧਾਈ ਸੀ ਐਕਟਿੰਗ ਪ੍ਰਧਾਨ ਦੇ ਤੌਰ ਤੇ ਸੋਨੀਆ ਗਾਂਧੀ ਦੀ ਜੀ, ਲੇਕਿਨ ਉਹ ਪ੍ਰਧਾਨਗੀ ਦੀ ਚੋਣ ਨਹੀਂ ਹੋ ਸਕੀ। ਇਹਦੇ ਵਿੱਚ ਅਜੇ ਤੱਕ ਸਾਡੇ ਰਾਹੁਲ ਗਾਂਧੀ ਨਾ ਹਾਂ ਕਰ ਰਹੇ ਨਾ ਕਰ ਰਹੇ। ਉਹ ਇਹ ਕਹਿ ਰਹੇ ਕਿ ਗਾਂਧੀ ਪਰਿਵਾਰ ਤੋਂ ਬਾਹਰ ਕੋਈ ਪ੍ਰਧਾਨ ਬਣਾਇਆ ਜਾਵੇ ਜੀ। ਲੇਕਿਨ ਦੂਜੇ ਪਾਸੇ ਜਿਹੜੇ ਇਹ ਸੋਨੀਆ ਗਾਂਧੀ ਨਹੀਂ ਚਾਹੁੰਦੀ ਵੀ ਗਾਂਧੀ ਪਰਿਵਾਰ ਤੋਂ ਜੇ ਇੱਕ ਵਾਰੀ ਬਾਹਰ ਕੋਈ ਚਲੇ ਗਏ ਤੇ ਮੁੜ ਕੇ ਮਿਲਣਾ, ਪ੍ਰਧਾਨ ਵਾਪਸ ਮਿਲਣਾ ਬੜਾ ਮੁਸ਼ਕਲ ਜੀ। ਇਸ ਕਰਕੇ ਹਾਲ ਦੀ ਘੜੀ ਇਹਨਾਂ ਦਾ ਜਿਹੜਾ ਬੁੱਲ ਸੀ ਪ੍ਰਧਾਨਗੀ ਦਾ, ਬੜੀ ਆਸ ਸੀਗੀ ਵੀ ਇਹਨਾਂ ਨੂੰ ਬਣਾਇਆ ਜਾਵੇ। ਕਈ ਲੋਕਾਂ ਨੇ ਮੰਗ ਕੀਤੀ ਆ
ਈਵਨ ਇਸ ਤੋਂ ਜੇ ਆਪਾਂ ਗੱਲ ਕਰੀਏ ਵੀ ਪ੍ਰਧਾਨਗੀ ਦੇ ਵਿੱਚ ਜਿਹੜਾ ਨਾਂ ਡਾਕਟਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਆ ਰਿਹਾ ਵਾ ਜੀ, ਉਹ ਵੀ ਪਾਰਟੀ ਪ੍ਰਧਾਨ ਬਣ ਸਕਦੇ ਸੀ। ਦਿਗਵਿਜੇ ਸਿੰਘ ਜਿਹੜਾ ਉਹ ਵੈਸੇ ਤੁਹਾਨੂੰ ਪਤਾ ਉਹ ਉਤਨ ਦਾ ਬੰਦਾ ਵਾ, 30 ਸਤੰਬਰ ਦੇ ਖਿਲਾਫ ਕੇਸ ਚੱਲਦੇ ਨੇ, ਇਹਨਾਂ ਚੋਂ ਬੰਦਾ ਕੋਈ ਹੈ ਹੋਰ ਨਹੀਂ ਸੀ। ਇਸ ਕਰਕੇ ਅੱਜ ਵੀ ਜਿਹੜੇ ਨੌਜਵਾਨ ਜਿਹੜੇ ਉਹ ਚਾਹੁੰਦੇ ਕਿ ਰਾਹੁਲ ਗਾਂਧੀ ਪ੍ਰਧਾਨ ਜਿਹੜਾ ਦੁਬਾਰਾ ਬਣ ਜਾਵੇ। ਜੀ, ਹੁਣ ਪ੍ਰਿੰਕਾ ਦੇ ਵਿੱਚ ਪ੍ਰਿੰਕਾ ਵਾਲੇ ਬੰਦੇ ਵੀ ਧਿਆਨ ਨਹੀਂ ਹੈਗਾ, ਲੇਕਿਨ ਸੋਨੀਆ ਗਾਂਧੀ ਜੀ ਖਾਸ ਕਰਕੇ ਰਾਹੁਲ ਦੁਬਾਰਾ ਆਪਣੀ ਕਾਂਡ ਸੰਭਾਲੇ। ਤੇ ਉਹਨਾਂ ਦੇ ਬੁਲਾਰੇ ਨੇ ਕਹਿਤਾ ਵੀ ਜਿੰਨਾ ਚਿਰ ਤੱਕ ਸਾਡਾ ਕੋਈ ਨਵਾਂ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਾਡੀ ਸੋਨੀਆ ਗਾਂਧੀ ਜਿਹੜੀ ਆ ਉਹ ਆਪਣੇ ਉਹ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਰਹਿਣਗੇ। ਜੀ, ਲੇਕਿਨ ਨਾ ਵੀ ਉਹ ਬਿਮਾਰ ਸ਼ਮਾਰ ਰਹਿੰਦੇ, ਉਹ ਕਿਤੇ ਰਾਜਨੀਤੀ ਨਹੀਂ ਜਾ ਸਕਦੇ, ਉਹ ਕਿਤੇ ਜਾ ਕੇ ਬਾਹਰ ਜਾ ਨਹੀਂ ਸਕਦੇ, ਕਿਤੇ ਬੋਲ ਨਹੀਂ ਸਕਦੇ, ਕਿਤੇ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ। ਇਸ ਕਰਕੇ ਜਿਹੜੇ ਕਾਂਗਰਸੀ ਕਾਫੀ ਚਿੰਤਤ ਨੇ ਵੀ ਇਮੀਡੀਏਟਲੀ ਕੋਈ ਫੈਸਲਾ ਲਿਆ ਜਾਵੇ। ਇੱਕ ਐਂਟਨੀ ਬਾਰੇ ਕਿ ਡਾਕਟਰ ਮਨਮੋਹਨ ਸਿੰਘ ਬਾਰੇ ਉਹ ਤੁਹਾਨੂੰ ਪਤਾ ਬਹੁਤ ਬਜ਼ੁਰਗ ਨੇ, ਉਹ ਬਹੁਤ ਵੈਸੇ ਹੀ ਪ੍ਰਧਾਨਗੀ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਉਹ ਛੱਡ ਕੇ ਨਹੀਂ ਜਾ ਸਕਦੇ। ਜੀ, ਦਿਗਵਿਜੇ ਸਿੰਘ ਪੀ ਚਿਦੰਬਰਮ ਵਰਗੇ ਕਾਂਗਰਸੀ ਕੋਲ ਨੇਤਾ ਦੇ ਹੈਗੇ ਆ, ਤੇ ਜੇ ਕਿਸੇ ਵੀ ਪਾਰਟੀ ਜਿਹੜੀ ਉਹ ਸਵੀਕਾਰ ਕਰਨ ਲਈ ਤਿਆਰ ਨਹੀਂ ਕੀ, ਪੀ ਚਿਦੰਬਰਮ ਦੇ ਖਿਲਾਫ ਕੇਸ ਚੱਲਦੇ ਆ, ਬਾਕੀ ਹੋਰ ਇਹਨਾਂ ਕੋਲ ਲੀਡਰ ਕਿਹੜਾ ਹੈਗਾ। ਜੀ, ਇਸ ਕਰਕੇ ਮੋੜ ਘੁੜ ਕੇ ਲੱਗਦਾ ਵੀ ਆ ਕੇ ਜਿਹੜੀ ਬਾਜੀ ਡਿੱਗਣੀ ਆ ਉਹ ਰਾਹੁਲ ਡਿੱਗਣੇ, ਅੱਜ ਡਿੱਗੇ, ਕੱਲ ਡਿੱਗੇ, ਪਰਸੋਂ ਡਿੱਗੇ, ਉਹ ਰਾਹੁਲ ਗੱਲ ਤੇ ਪੈਣੀ। ਤੇ ਸੋਨੀਆ ਗਾਂਧੀ ਵੀ ਇਹ ਚਾਹੁੰਦੀ ਹੈ ਵੀ ਗਾਂਧੀ ਪਰਿਵਾਰ ਤੋਂ ਪ੍ਰਧਾਨਗੀ ਬਾਹਰ ਨਾ ਜਾਵੇ। ਤੇ ਜਿਹੜੇ ਉਹਦੇ ਚੇਲੇ ਬਾਲਕੇ ਨੇ ਆਪਣੇ ਜਿਵੇਂ ਹੁੱਡੇ ਹੋਰੀ, ਦਪਿੰਦਰ ਹੁੱਡੇ ਹੋਰੀ, ਸਾਰੇ ਜਿਹੜੇ ਨੌਜਵਾਨ ਨੇ ਉਹ ਸਾਰੇ ਰਾਹੁਲ ਦੇ ਹੱਥ ਤੇ ਰਾਹੁਲ ਨੂੰ ਪ੍ਰਧਾਨ ਬਣਾਇਆ ਜਾਵੇ। ਹੁਣ ਉਦੋਂ ਕਦੋਂ ਪ੍ਰਧਾਨਗੀ ਦਾ ਤਾਜ ਪਹਿਨਦੇ ਇਹ ਨਹੀਂ ਪਤਾ ਅਜੇ, ਪਰ ਹਾਲ ਦੀ ਕੜੀ ਜਿਹੜੀ 10 ਤਰੀਕ ਇਹਨਾਂ ਦੀ ਕੱਲ ਲੰਘ ਚੁੱਕੀ ਆ, ਉਹਦੇ ਤੇ ਸਾਰਿਆਂ ਦੀ ਨਿਗਾਹ ਸੀ ਵੀ ਬੁੱਧ ਡਿੱਗ ਪੂਰਾ ਉੱਠਦਾ, ਪਰ ਉਹ ਡਿੱਗਾ ਨਹੀਂ। ਤੇ ਜੇ ਏਦਾਂ ਹੀ ਕਾਂਗਰਸ ਦਾ ਹਾਰ ਰਿਹਾ ਤੇ ਅੱਗੇ ਹਾਲਤ ਪਤਲੀ ਹੈ, ਇਹ ਹੋਰ ਪਤਲੀ ਹੋ ਜਾਵੇਗੀ। ਸਾਰੇ ਸੂਬਿਆਂ 'ਚ ਬਗਾਵਤਾਂ ਹੋ ਰਹੀਆਂ ਵਾ, ਬੜਾ ਕੁਝ ਹੋ ਰਿਹਾ ਵਾ, ਲੇਕਿਨ ਉਹਨੂੰ ਤਾਜੀ ਸੰਭਾਲਿਆ ਜਾ ਸਕਦੀ ਕੋਈ ਪ੍ਰਧਾਨ ਸਟਰੋਂਗ ਹੋਵੇ, ਪਕੜ ਤਕੜੀ ਹੋਵੇ। ਭਾਵੇਂ ਕਿ ਰਾਹੁਲ ਗਾਂਧੀ ਅੱਜ ਵੀ ਲੋਕ ਸਭਾ 'ਚ ਵਿਰੋਧੀ ਧਿਰ ਦੀ ਭੂਮਿਕਾ ਪੂਰੀ ਨਿਭਾ ਰਹੇ ਨੇ, ਆਪਣੀ ਗੱਲ ਕਰ ਰਹੇ ਨੇ, ਹਰ ਮੁੱਦੇ ਤੇ ਸਰਕਾਰ ਨੂੰ ਘੇਰ ਰਹੇ ਨੇ, ਲੇਕਿਨ ਪ੍ਰਧਾਨਗੀ ਨੂੰ ਲੈ ਕੇ ਅਜੇ ਹਾਲ ਦੀ ਕੜੀ ਭੰਬਲ ਪੁੱਛਾ ਪਿਆ ਵਾ। ਇਹ ਕਦੋਂ ਇਹਦਾ ਫੈਸਲਾ ਆਉਂਦਾ, ਇਹ ਤੇ ਭਵਿੱਖ ਦੀ ਬੁੱਕ ਛੁਪਿਆ। ਜੀ, 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 ਇਹ ਬੜਾ ਆਪਣੇ ਆਪ 'ਚ ਜਿਹੜਾ ਇਹਦੀਆਂ ਸਥਿਤੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ। ਤੇ ਕਹਿੰਦੇ ਰਾਮ ਮੰਦਰ ਦੀ ਵਧਾਈ ਦਿੱਤੀ ਤੇ ਮਿਲ ਗਈ ਕਹਿੰਦੇ ਬਲਾਤਕਾਰ ਦੀ ਧਮਕੀ, ਇਹ ਕੀ ਗੱਲ ਹੋਈ ਜੀ? ਇਹ ਜਿਹੜੇ ਸਾਡੇ ਪ੍ਰਸਿੱਧ ਕ੍ਰਿਕਟਰ ਹੈਗੇ ਨੇ ਜੀ ਆਪਣੇ ਮੁਹੰਮਦ ਸ਼ਮੀ ਜੀ, ਉਹਨਾਂ ਦੀ ਪਤਨੀ ਹਸੀਨਾ, ਉਹਨੇ ਰਾਮ ਮੰਦਰ ਦੀ ਜਿਹੜੀ ਵਧਾਈ ਦੇ ਦਿੱਤੀ ਸਾਰੀ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦੀ ਰਾਮ ਮੰਦਰ ਦਾ ਨਹੀਂ ਪੱਥਰ ਹੈਗਾ ਤਾਂ ਸਭ ਤੋਂ ਵਧਾਈ ਹੋਵੇ। ਹੁਣ ਉਹ ਮੁਸਲਮਾਨ ਜੀ, ਮੁਸਲਮ ਹੋਣ ਕਰਕੇ ਉਹ ਇਹਨੇ ਇੰਨੀ ਗੱਲ ਕਹੀ ਵੀ ਮੈਂ ਅੱਜ ਪੱਛਮੀ ਬੰਗਾਲ 'ਚ ਬੈਠੀ ਤੇ ਮੇਰਾ ਬਚਾਅ ਆ, ਜੇ ਯੂਪੀ 'ਚ ਹੁੰਦੀ ਤੇ ਹੁਣ ਤੂੰ ਮੇਰੇ ਨਾਲ ਕਈ ਕੁਝ ਹੋ ਜਾਂਦਾ। ਅੱਛਾ, ਲੇਕਿਨ ਨਾਲ ਉਹਨੇ ਵੀ ਕਹੀ ਆ ਵੀ ਮੈਨੂੰ ਇਹਦੇ ਤੇ ਬਲਾਤਕਾਰ ਦੀ ਧਮਕੀ ਆਈ ਵੀ ਤੇਰੇ ਰਾਹੀਂ ਬਲਾਤਕਾਰ ਬੁਰੀ ਹਾਲਤ ਹੀ ਕਰਾਂਗੇ, ਤੂੰ ਇਹਨਾਂ ਨੂੰ ਵਧਾਈ ਕਿਉਂ ਦਿੱਤੀ ਹੈ ਹਿੰਦੂਆਂ ਨੂੰ ਜੀ। ਹੁਣ ਇਹਨੇ ਧਮਕੀ ਦੀ ਉਹ ਪੁਲਿਸ ਪੜਤਾਲ ਕਰ ਰਹੀ ਹੈ ਕਿੱਥੋਂ ਆ ਰਹੀ ਕਿੱਥੋਂ ਨਹੀਂ, ਲੇਕਿਨ ਇੱਕ ਬੜੀ ਵੱਡੀ ਗੱਲ ਜਿਹੜੀ ਗੱਲ ਉਹਨੇ ਕਹੀ ਵੀ ਪੱਛਮੀ ਬੰਗਾਲ 'ਚ ਮੈਂ ਸੇਫ ਹਾਂ। ਇਹਦਾ ਮਤਲਬ ਬੀਬੀ ਉੱਥੇ ਜਿਹੜੀ ਮਮਤਾ ਬੈਨਰਜੀ ਉਹਦਾ ਪੂਰਾ ਕੰਟਰੋਲ ਆ ਉੱਥੇ ਉਹਦਾ। ਦਾਨੇ ਵਾਲੀਆ ਸਾਹਿਬ ਤੁਹਾਨੂੰ ਪਤਾ ਹੋਏਗਾ 1984 ਦੇ ਵਿੱਚ ਜਦੋਂ ਨਵੰਬਰ 'ਚ ਜਿਹੜੇ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ ਜੀ, ਇੱਕ ਬੰਬੇ ਮਹਾਰਾਸ਼ਟਰ ਦੇ ਵਿੱਚ ਇੱਕ ਪੱਛਮੀ ਬੰਗਾਲ ਜਿੱਥੇ ਮਤਲਬ ਜਿਹੜੀ ਕਾਂਗਰਸ ਸਰਕਾਰਾਂ ਸੀ ਉੱਥੇ ਸਭ ਜਗ੍ਹਾ ਬਚਾਅ ਗਿਆ ਸੀ। ਔਰ ਬੰਬੇ ਦੇ ਵਿੱਚ ਜਿਹੜਾ ਬਾਲ ਠਾਕਰੇ ਨੇ ਕਹਿ ਦਿੱਤਾ ਸੀ ਕਿਸੇ ਸਿੱਖ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ, ਜੇ ਪਹੁੰਚਾਊਗਾ ਤਾਂ ਆਪਣਾ ਬੰਦੋਬਸਤ ਕਰਨਾ ਜੀ। ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਸਰਕਾਰ ਸੀ, ਉਹਨਾਂ ਨੇ ਕਹਿ ਦਿੱਤਾ ਸੀ ਕਿ ਜੇ ਕਿਸੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਸਖਤੀ ਨਾਲ ਪੇਸ਼ ਆਇਆ ਜਾਵੇ ਜੀ। ਇਸ ਕਰਕੇ ਦਾ ਮਤਲਬ ਵੀ ਅੱਜ ਮਮਤਾ ਬੈਨਰਜੀ ਵੀ ਉਹ ਰੋਲ ਨਿਭਾ ਰਹੀ ਹੈ ਤੇ ਉੱਥੇ ਸਟਰੋਂਗ ਹੈ। ਜਿਹੜੀ ਉਸ ਬੀਬੀ ਨੇ ਨਿਕਲ ਕੇ ਜਿਹੜੀ ਹਸੀਨਾ ਜਹਾਂ ਨੇ ਕਿਹਾ ਕਿ ਵੀ ਮੈਂ ਇੱਥੇ ਸੇਫ ਹਾਂ, ਇਹ ਬੜੀ ਵੱਡੀ ਗੱਲ। ਸੋ ਚੰਗੀ ਗੱਲ ਹੈ ਜੀ, ਕੋਈ ਕਿਤੇ ਸੇਫ ਹੈ ਇਹ ਤਾਂ ਕਹਿ ਦਿੰਦਾ ਭਾਰਤ ਦੀ ਕੋਈ ਇੱਕ ਕੋਨਾ ਸੇਫ ਹੈ। ਤੇ ਉੱਧਰ ਸਾਡੇ ਸੱਚਖੰਡ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਜਿਹੜੀ ਆ ਜਥੇਦਾਰ ਅਕਾਲ ਤਖਤ ਨੂੰ ਸ਼ਿਕਾਇਤ ਜਿਨ੍ਹਾਂ ਨੇ ਕੀਤੀ ਆ, ਉਹਨਾਂ ਨੂੰ ਵੀ ਕਹਿੰਦੇ ਇੱਥੇ ਕਹਿੰਦੇ ਬਲਾਤਕਾਰ ਦੀ ਆਈ, ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਆ ਗਈ। ਜਿਹੜੇ ਸਾਡੇ ਮਾਨਯੋਗ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਉਹਨਾਂ ਦੇ ਮੱਥੇ ਤੇ ਤਿਉੜੀਆਂ ਪਈਆਂ ਹੁੰਦਾ, ਜੇ ਹਾਦਸਾ ਉਹਨਾਂ ਸ਼ਾਇਦ ਜਨਮ ਚ ਸਹੀ ਹੋਵੇ ਕਿਤੇ ਹੋਵੇ। ਜਦੋਂ ਕਿ ਸਾਡੀ ਜਿਹੜੀ ਆ ਇਹ ਜਿਹੜੀ ਸੀਟ ਹੈ ਬੜੀ ਸੋਬਰ ਕਿਸਮ ਦੀ ਹੈ, ਬੜੀ ਸਿਆਣਪ ਦੀ ਹੈ, ਬੜੀ ਹਲੀਮੀ ਦੀ ਹੈ, ਤੇ
ਉਹਨਾਂ ਨੇ ਦਬਕੇ ਤੋਂ ਘੱਟ ਗੱਲ ਕਰਨੀ ਨਹੀਂ ਤੇ ਉਹਨਾਂ ਦੀ ਸ਼ਿਕਾਇਤ ਕੀਤੀ ਸੀ ਜਿਹੜੇ ਸਾਡੇ ਰਾਗੀ ਸਭਾ ਦੇ ਬੰਦੇ ਸੀ, ਉਹਨਾਂ ਦੇ ਪ੍ਰਧਾਨ ਓਮਕਾਰ ਸਿੰਘ ਤੇ ਉਹਨਾਂ ਸਾਥੀਆਂ ਨੇ ਸ਼ਿਕਾਇਤ ਕੀਤੀ ਜੈਦਰ ਅਕਾਲ ਤਖਤ ਨੂੰ ਵੀ ਸਾਡਾ ਸ਼ੋਸ਼ਣ ਕਰ ਰਿਹਾ। ਅਸੀਂ ਜੇ ਉੱਥੇ ਕੀਰਤਨ ਕਰਦੇ ਉੱਥੇ ਵੀ ਸਾਨੂੰ ਟੋਕੀ ਜਾਂਦਾ, ਬਾਹਰ ਵੀ ਸਾਨੂੰ ਦਬਕੇ ਮਾਰੀ ਜਾਂਦਾ, ਸਾਡਾ ਕਸੂਰ ਕੀ ਆ? ਇਹ ਤਾਂ 10 ਪੜ੍ਹਿਆ ਹੋਊਗਾ, 12 ਪੜ੍ਹਿਆ, ਅਸੀਂ MA ਪੜ੍ਹੇ, ਅਸੀਂ ਡਿਗਰੀਆਂ ਲਈਆਂ ਨੇ, ਅਸੀਂ ਆਪਣੀਆਂ ਜਿਹੜੀਆਂ ਗੁਰੂ ਗ੍ਰੰਥ ਸਿੰਘ ਦੇ ਇੰਨੇ ਸ਼ਬਦ ਯਾਦ ਕੀਤੇ ਆ ਜੀ। ਅਸੀਂ ਕੋਈ ਮਾੜਾ ਕੰਮ ਥੋੜੀ ਕਰਦੇ ਆ। ਜੇ ਸਾਡੇ 'ਚ ਕੋਈ ਤਰੁੱਟੀ ਆ ਤੇ ਤੁਸੀਂ ਗਿਆਨੀ ਜੀ ਸਾਡੀ ਵੱਖਰੀ ਕਲਾਸ ਲਾ ਲਓ, ਤੇ ਇੱਧਰ ਆਓ, ਤੁਹਾਡੀ ਕਲਾਸ ਵਿੱਚ ਤੁਸੀਂ ਆ ਗਲਤੀਆਂ ਕਰਦੇ ਸੁਧਾਰ ਲਓ। ਤੁਸੀਂ ਉੱਥੇ ਕੀਰਤਨ ਕਰਦਿਆਂ ਨੂੰ ਗਾਲਾਂ ਕੱਢੀ ਜਾਣੀਆਂ, ਉਹਨਾਂ ਦੇ ਖਿਲਾਫ ਬੋਲੀ ਜਾਣਾ, ਦਬਕੇ ਮਾਰੀ ਜਾਣੇ, ਇਹ ਕੋਈ ਸਿਆਣਪਾ ਦੀ ਗੱਲ ਨਹੀਂ। ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ। ਇਹ ਉਹ ਗਿਆਨੀ ਨੇ ਜੀ ਜਿਨ੍ਹਾਂ ਨੇ ਬਾਦਲਾਂ ਨੂੰ ਸਰੂਪਾ ਦਿੱਤਾ ਸੀ, ਆਪਣੀ ਸੀਟ ਤੋਂ ਉੱਠ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਉੱਠ ਕੇ ਆ ਕੇ ਸਰੂਪੇ ਦਿੱਤੇ ਸੀ ਜੀ। ਜਦੋਂ ਬਰਗਾੜੀ ਕਾਂਡ ਹੋਇਆ ਸੀਗਾ, ਇੱਕ ਅਰਦਾਸੀਆ ਬਲਬੀਰ ਸਿੰਘ ਜਿਹਨੇ ਕਹਿਤਾ ਸੀ ਇਹ ਬਰਗਾੜੀ ਕਾਂਡ ਦੇ ਦੋਸ਼ੀ ਆ, ਇਹਦਾ ਦੋਸ਼ੀ ਨਹੀਂ ਫੜੇ, ਇਹਨਾਂ ਦੀ ਜ਼ਿੰਮੇਵਾਰੀ ਸੀ, ਮੈਨੂੰ ਸਰੂਪੇ ਨਹੀਂ ਦੇ ਜੀ। ਤੇ ਉਹਨਾਂ ਦੀ ਸੀਟ ਵੀ ਇਸੇ ਕਰਕੇ ਕਾਇਮ ਅਜੇ ਤੱਕ। ਉਹ ਓਮਕਾਰ ਸਿੰਘ ਜਿਹੜੇ ਰਾਗੀ ਨੇ, ਰਾਗੀ ਸਭਾ, ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ, ਉਹਨਾਂ ਨੇ ਜਿਹੜਾ ਸੀ ਜਾ ਕੇ ਮੰਗ ਪੱਤਰ ਦਿੱਤਾ ਜਥੇਦਾਰ ਅਕਾਲ ਤਖਤ ਨੂੰ, ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਸਿੰਘ ਸਾਨੂੰ ਬੁਲਾ ਲਓ, ਸਾਨੂੰ ਵੀ ਬੁਲਾ ਲਓ, ਜੇ ਉਹਨਾਂ ਦੇ ਮਨ ਸਾਡੇ ਪ੍ਰਤੀ ਗੱਲ ਆਈ ਪਈ ਜੀ ਤੇ ਉਹ ਤੁਸੀਂ ਗੱਲ ਕਰ ਲਓ। ਤੇ ਜੇ ਵੀ ਰਾਗੀ ਅੱਗੇ ਆਕੜਦਾ ਵਾ, ਉਹਦੀ ਦਰਬਾਰ 'ਚ ਡਿਊਟੀ ਨਹੀਂ ਲਾਈ ਜਾਂਦੀ, ਉਹਨੂੰ ਬਾਹਰ ਘੁਮਾਇਆ ਜਾਂਦਾ। ਇਹ ਗੱਲਾਂ ਥੋੜ੍ਹੀਆਂ ਜਿਹੀਆਂ ਕਾਊਂਟ ਕਰਦੀਆਂ। ਤੇ ਇਹ ਉਹ ਗਿਆਨੀ ਜਗਤਾਰ ਸਿੰਘ ਆ ਜਿਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਸੀ ਵੀ ਤੁਸੀਂ ਬਾਦਲਾਂ ਨੂੰ ਜਿਹੜੇ ਬਰਗਾੜੀ ਕਾਂਡ ਦੇ ਦੋਸ਼ੀ ਨੇ ਤੁਸੀਂ ਉਹ ਸਰੋਪੇ ਦੇਣ ਦਿਓ ਹਰਿਮੰਦਰ ਸਾਹਿਬ ਦੇ ਵਿੱਚ, ਤੇ ਤੁਸੀਂ ਇਹਨੂੰ ਕੀ ਦੇ ਰਹੇ ਹੋ? ਜੇ ਇੱਥੇ ਇਹੋ ਜਿਹਾ ਕੋਈ ਜਿਹੜਾ ਮੱਥਾ ਰੰਗਣ ਦੇ ਸਰੂਪ ਦੇ ਦਿਓਗੇ? ਆਂਦਾ ਬਿਲਕੁਲ ਦੇ ਦਿਆਂਗੇ ਜੀ। ਜੇ ਮੱਥਾ ਰੰਗਣਾ ਤਾਂ ਸਰੂਪ ਦੇ ਦੇਂਗੇ ਅਸੀਂ ਉੱਥੇ। ਮਤਲਬ ਕਹਿਣ ਤੋਂ ਬਾਅਦ ਕਿੰਨੀ ਦੀਦਾ ਦਰੀ ਨਾਲ ਚੱਲਦੇ ਵੀਡੀਓ 'ਚ ਨਹੀਂ ਗੱਲ ਕਹੀ ਸੀ, ਅੱਜ ਤੱਕ ਵੀਡੀਓ 'ਚ ਡਿਊਟੀ ਤੇ ਹੈਗੀ ਜੀ। ਲੇਕਿਨ ਸ਼੍ਰੋਮਣੀ ਕਮੇਟੀ ਕੋਈ ਕਾਰਵਾਈ ਨਹੀਂ ਕਰ ਸਕੀ। ਲੇਕਿਨ ਕੁਦਰਤ ਦਾ ਭਾਣਾ, ਉਹਦੀ ਆਵਾਜ਼ ਬਹਿ ਗਈ, ਉਹਨੂੰ ਕਹਿ ਦਿੱਤਾ ਗਿਆ ਭਾਈ ਤੂੰ ਹੁਕਮਨਾਮਾ ਨਹੀਂ ਲੈਣਾ, ਹੁਕਮਨਾਮੇ ਲੈਂਦੇ ਨੇ ਤੇਰੀ ਆਵਾਜ਼ ਗੁੰਮ ਹੋ ਜਾਂਦੀ ਹੈ ਤੇ ਸਾਡੀ ਇਹ ਮੁੜ ਕੇ ਪ੍ਰਬੰਧ ਦੇ ਉੱਤੇ ਅਸਰ ਪੈਂਦਾ ਜੀ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਨਹੀਂ ਸੁਧਰੇ। ਹੁਣ ਉਹਨਾਂ ਦਾ ਇੱਕ ਜਵਾਈ ਆ ਜੋਰਾ ਸਿੰਘ, ਜੋਰਾ ਸਿੰਘ ਤਬਲਚੀ ਆ, ਆਪਣੇ ਆਪ ਨੂੰ ਕਹਿੰਦਾ ਜੀ ਮੈਂ ਰਾਗੀ ਜੀ। ਰਾਗੀ ਤੋਂ ਅਜੇ ਤਬਲਚੀ ਪਰ ਤਵੀ ਤੇ ਪੱਕਵਾਇਆ ਨਹੀਂ ਤੇ ਰਾਗੀ ਕਿੱਥੋਂ ਬਣ ਗਿਆ? ਇਹ ਕਿਤੇ ਆਪਣੀ ਡਿਊਟੀ ਦੀ ਵੇਟ ਕਰ ਰਹੇ ਸੀ। 1:30 ਵਜੇ ਦੀ ਗੱਲ ਹੈ, 1:25 ਤੋਂ ਲੈ ਕੇ ਤੇ 1:35 ਤੱਕ ਜਿਹੜਾ ਅੰਦਰ ਰਾਗੀ ਕੀਰਤਨ ਕਰਦਾ ਸੀ, ਬਾਹਰ ਨਹੀਂ ਆਇਆ। ਉੱਥੇ ਬਾਹਰ ਨਿਕਲ ਕੇ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਹੀ ਇਹਨੂੰ ਕਿਹਾ ਵੀ ਤੈਨੂੰ ਵੇਖ ਲਾਂਗੇ ਵੱਡੇ ਨੂੰ ਜੀ, ਜਿਹੜੀਆਂ ਤੂੰ ਸਾਡੀਆਂ ਸ਼ਿਕਾਇਤਾਂ ਕਰਦਾ ਫਿਰਦਾ, ਤੈਨੂੰ ਚੰਗਾ ਕਿ ਚੰਗੀ ਤਰ੍ਹਾਂ ਸੀ। ਉਹ ਗਿਆਨੀ ਓਮਕਾਰ ਸਿੰਘ ਕਹਿੰਦੇ ਵੀ ਅਸੀਂ ਜਦੋਂ ਘਰੋਂ ਤਿਆਰ ਹੋ ਕੇ ਆਉਂਦੇ ਤੇ ਸਾਡਾ ਇੱਕ ਬਿਲਕੁਲ ਕੇਂਦਰ ਧਿਆਨ ਹੁੰਦਾ ਸੀ ਕੀਰਤਨ ਕਰਨਾ, ਜਾ ਕੇ ਗੁਰੂ ਦਾ ਜੀ ਆਨੰਦ ਮਾਣਨਾ, ਉੱਥੇ ਸੰਗਤਾਂ ਨੂੰ ਨਿਹਾਲ ਕਰਨਾ ਗੁਰੂ ਦੇ ਕੀਰਤਨ ਨਾਲ ਸੀ। ਤੇ ਜਦੋਂ ਇਹੋ ਜਿਹੀ ਘਟਨਾ ਵਾਪਰ ਜੇ ਫਿਰ ਦਿਲ ਦੇ ਅੰਦਰ ਜਦੋਂ ਘਾਉ ਹੁੰਦਾ ਤੇ ਫਿਰ ਕੀਰਤਨ ਵੀ ਸਹੀ ਨਹੀਂ ਹੁੰਦਾ। ਉਹਨਾਂ ਕਿ ਚਲੋ ਮੈਂ ਆਪਣੀ ਡਿਊਟੀ ਕੀਤੀ, ਲੇਕਿਨ ਉਸ ਤੋਂ ਬਾਅਦ ਅਕਾਲ ਚੈਨਲ ਨੇ ਇਹ ਖਬਰ ਰਿਲੀਜ਼ ਕੀਤੀ ਤੇ ਕੱਲ ਫਿਰ ਉਹਨਾਂ ਆਪ ਲਾਈਵ ਹੋ ਕੇ ਇੰਨੀ ਗੱਲ ਕਹੀ ਵੀ ਭਾਈ ਜੇ ਤੁਹਾਡੇ ਕੋਲ ਤਾਕਤ ਜੀ ਤੁਹਾਨੂੰ ਮਾਰਨਾ ਮਾਰ ਦਿਓ, ਇੰਨਾ ਕੁਛ ਤੇ ਕਰ ਲਿਆ, ਬਾਕੀ ਕੀ ਰਹਿ ਗਿਆ? ਅਸੀਂ ਤੇ ਸਿਰਫ ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬ ਦੀ ਸ਼ਿਕਾਇਤ ਕੀਤੀ ਹੈ ਜਥੇਦਾਰ ਅਕਾਲ ਤਖਤ ਨੂੰ, ਜਿਹਦੇ ਕੋਲ ਸਾਰੇ ਜਾਂਦੇ, ਤੁਸੀਂ ਉੱਥੇ ਜਵਾਬ ਦੇ ਦਿਓ, ਸਾਨੂੰ ਬਿਠਾ ਲਓ। ਅਸੀਂ ਬਿਲਕੁਲ ਸਤਿਕਾਰ ਨਾਲ ਸ਼ਿਕਾਇਤ ਕੀਤੀ, ਅਸੀਂ ਸਿੰਘ ਸਾਹਿਬ ਦੇ ਕੋਲ ਹੀ ਗੱਲ ਨਹੀਂ ਕੀਤੀ, ਸਿਰਫ ਇੰਨੀ ਗੱਲ ਵੀ ਸਾਡਾ ਸ਼ੋਸ਼ਣ ਹੋ ਰਿਹਾ, ਸਾਨੂੰ ਦਬਕੇ ਵੱਜ ਰਹੇ ਨੇ, ਅਸੀਂ ਪੜ੍ਹੇ ਲਿਖੇ ਲੋਕ ਆ। ਇਹ ਤੇ ਗੱਲ ਦਾਨੇ ਵਾਲੀ ਆ ਸਾਹਿਬ, ਬਿਲਕੁਲ ਸਹੀ ਆ। ਸਾਡੇ ਇਹ ਗ੍ਰੰਥੀ ਜਿਹੜੇ ਇਹ ਸ਼੍ਰੀ ਗੁਰੂ ਗ੍ਰੰਥ ਜਿਹੜਾ ਵੇਖ ਕੇ ਪੜ੍ਹਦੇ ਆ ਜੀ, ਜਿਹੜੇ ਰਾਗੀ ਉਹ ਜ਼ਬਾਨੀ ਕੀਰਤਨ ਕਰਦੇ ਆ ਜੀ, ਉਹਨਾਂ ਦੇ 3-3 ਸ਼ਬਦ ਰਟਿਆ ਹੁੰਦਾ ਜ਼ਬਾਨੀ, ਇੱਕ ਲਾਂ ਤੱਕ ਅੱਗੇ ਪਿੱਛੇ ਨਹੀਂ ਹੋਣ ਦਿੰਦੇ ਉਹ ਜੀ। ਉਹਨਾਂ ਦਾ ਮੁਕਾਬਲਾ ਇਹ ਕਿੱਥੋਂ ਕਰ ਲੈਣਗੇ? ਤੇ ਸੀਨੀਅਰ ਇਹ ਬਣ ਜਾਂਦੇ ਜਿਹੜੇ ਵੇਖ ਕੇ ਪੜ੍ਹਦੇ, ਜਿਹੜੇ ਜ਼ਬਾਨੀ ਕੀਰਤਨ ਕਰਦੇ ਉਹ ਜੂਨੀਅਰ ਬਣ ਜਾਂਦੇ। ਬਿਲਕੁਲ ਗੱਲ ਤਾਂ ਜਿਵੇਂ ਚੁਟਕਲਾ ਬਣਿਆ ਨਾ ਜੀ, ਕੋਈ ਕਹਿੰਦਾ ਸੀਗਾ ਲੈਣ ਗਿਆ ਵੀਜ਼ਾ ਹੈ ਜੀ, ਉਹ ਰਾਗੀ ਬਣ ਗਏ, ਉਹ ਕਹਿੰਦੇ ਜੀ ਦੱਸੋ ਵੀ ਤੁਹਾਨੂੰ ਆਉਂਦਾ ਕਰਕੇ ਦਿਖਾਓ, ਕਹਿੰਦਾ ਵੀ ਐਂ ਥੋੜਾ ਹੈ, ਕਹਿੰਦਾ ਇੱਥੇ ਸਾਫ਼ ਸਫਾਈਆ ਕਰੋ, ਚਿੱਟੀਆਂ ਚਾਦਰਾਂ ਵਿਛਾਓ, ਸਾਰੇ ਜੋੜੇ ਬਾਹਰ ਲਾਓ ਹੈ ਜੀ। ਉਹਨਾਂ ਨੇ ਪੂਰਾ ਡਰਾਮਾ ਕੀਤਾ, ਉਹ ਕਹਿੰਦੇ ਵਾਕਿਆ ਤਾਂ ਪੱਕੇ ਗ੍ਰੰਥੀ ਹੈ
ਹਾਂਜੀ ਉਹਨਾਂ ਨੂੰ ਉਹਨਾਂ ਨੇ ਬਾਹਰ ਕੱਢਤਾ, ਵੀਜ਼ਾ ਮਿਲ ਗਿਆ। ਫਿਰ ਜਾਵੜੇ ਅਸਲ ਗ੍ਰੰਥੀ ਪਾਠੀ ਰਾਗੀ ਉਹ ਕਹਿੰਦੇ ਵੀ ਹਾਂਜੀ, ਉਹ ਕਹਿੰਦੇ ਵੀ ਤੁਸੀਂ ਕੀਰਤਨ ਕਰਕੇ ਦੇਖੋ, ਉਹਨਾਂ ਨੇ ਬਾਜੇ ਉੱਥੇ ਹੀ ਖੋਲੇ, ਕਹਿੰਦੇ ਨਾ ਤੁਸੀਂ ਤਾਂ ਨਕਲੀ ਹੋ, ਕਹਿੰਦਾ ਅਸਲੀ ਤਾਂ ਉਹ ਸੀ ਜਿਹੜੇ ਪਹਿਲਾਂ ਪੂਰਾ ਉਹਨਾਂ ਨੇ ਗੁਰਮਰਿਆਦਾ ਰੱਖੀ। ਗੁਰਮਰਿਆਦਾ ਅਪਣਾਈ ਹੈ ਜੀ। ਇਸ ਕਰਕੇ ਹੁਣ ਜਥੇਦਾਰ ਸਾਹਿਬ ਦੇ ਪਾਲੇ ਜੇ ਗੇਮ ਆ, ਉਹ ਇਨਸਾਫ ਦਿੰਦੇ ਆ ਜਾਂ ਨਹੀਂ ਦਿੰਦੇ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੀ, ਇਸ ਦਿਨ ਗਿਆਨੀ ਇਕਬਾਲ ਸਿੰਘ ਨੇ ਤਖਤ ਤੇ ਝਗੜਾ ਕੀਤਾ ਸੀ ਬਤੌਰ ਜਥੇਦਾਰ ਤਖਤਪੁਰਾ ਸਾਹਿਬ ਜੀ। ਸਭ ਤੋਂ ਪਹਿਲਾਂ ਗਿਆਨੀ ਜਗਤਾਰ ਸਿੰਘ ਵਿਰੋਧ ਕੀਤਾ ਸੀ ਤੇ ਇਹ ਗੱਲ ਕਹਿਤੀ ਸੀ ਜਥੇਦਾਰ ਅਕਾਲ ਤਖਤ ਨੂੰ ਵੀ ਜਿਹੜੀ ਮੀਟਿੰਗ 'ਚ ਇਹ ਬੰਦ ਬੈਠਾ ਹੋਊਗਾ ਉੱਥੇ ਮੀਟਿੰਗ 'ਚ ਮੈਂ ਨਹੀਂ ਹਾਂ ਜੀ। ਅੱਜ ਕੱਲ ਤੇ ਵੈਸੇ ਨਹੀਂ ਬੁਲਾਉਂਦੇ, ਤੁਹਾਨੂੰ ਪਤਾ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ 5 ਪੈਰੇ ਬਾਕੀ ਕੰਮ ਸਾਰ ਲੈਂਦੇ ਆ। ਬੇਸਿਕਲੀ ਡਿਊਟੀ ਹੁੰਦੀ ਆ ਵੀ ਜੇ ਤੁਹਾਡਾ ਕੋਈ ਤਖਤ ਦਾ ਜਥੇਦਾਰ ਨਹੀਂ ਹੈ ਤੇ ਉਹਦੀ ਜਗ੍ਹਾ ਤੇ ਤੁਸੀਂ ਦਰਬਾਰ ਸਾਹਿਬ ਦੇ ਗ੍ਰੰਥੀ ਦਾ ਬਿਠਾ ਲਓ ਜੀ, ਹੈਡ ਗ੍ਰੰਥੀ ਬਿਠਾ ਲਓ, ਬਾਕੀ ਗ੍ਰੰਥੀ ਬਿਠਾ ਲਓ। ਹਰਪ੍ਰੀਤ ਸਿੰਘ ਹੋਰੀ ਕਹਿੰਦੇ ਨਹੀਂ ਉਹ 5 ਪੈਰੇ ਬੜੇ ਉਹੀ ਲੈ ਉਹਨਾਂ ਕੋਈ ਗੱਲ ਨਹੀਂ, ਜਿੰਨਾ ਵੀ ਸਾਈਨ ਕਰ ਰਹੇ ਹੁੰਦੇ ਆ ਕੇ ਵੀ ਕਰਤੇ ਸਾਈਨ, ਦੱਸੋ ਜੀ ਕਰਨਾ ਜੀ। ਕਾਲ ਲੈ ਲਈਏ ਜੀ 98 ਤੇ ਆਉਂਦੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੱਟੀ ਸਾਹਿਬ, ਇੱਕ ਮੇਰੇ ਕਈਆਂ ਦਿਨਾਂ ਦਾ ਦਿਮਾਗ 'ਚ ਸਵਾਲ ਸੀਗਾ ਘੁੰਮਦਾ, ਤੇ ਹੁਣ ਗੱਲ ਤੁਸੀਂ ਉੱਥੇ ਲੈ ਆਂਦੀ ਆ। ਇੱਕ ਤੇ ਗੱਲ ਇਹ ਬੜੀ ਸਾਫ਼ ਹੈ ਵੀ ਉੱਥੇ ਦੇ ਪ੍ਰਬੰਧ ਦੇ ਵਿੱਚ ਨਿਘਾਰਦੀ ਆ, ਸਪਸ਼ਟ ਉਦਾਹਰਨ ਆ ਜਿਹੜੀ ਹੁਣ ਤੁਸੀਂ ਸਾਰੀ ਕਹਾਣੀ ਦੱਸੀ ਆ, ਅਖਬਾਰਾਂ 'ਚ ਵੀ ਆ ਰਹੀ ਆ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਨਿਘਾਰ ਕਿੰਨਾ ਆ ਚੁੱਕਾ ਆ ਜੀ। ਤੇ ਮੇਰਾ ਸਵਾਲ ਇਹ ਆ ਵੀ ਜਦੋਂ ਅਸੀਂ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਤੇ ਜਿਹੜੀ ਦੋਹਾਂ ਦੇ ਵਿੱਚੋਂ ਅਕਾਲ ਤਖਤ ਦੇ ਜਥੇਦਾਰ ਦਾ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ, ਦੋਹਾਂ 'ਚ ਉਹਦਾ ਵੱਡਾ ਕਿਹੜਾ ਆ? ਇੱਕ ਪਾਸੇ ਅਸੀਂ ਕਹਿੰਦੇ ਆ ਬਈ ਸਾਡਾ ਦਰਬਾਰ ਸਾਹਿਬ ਉੱਪਰ ਆ, ਧਰਮ ਉੱਪਰ ਆ, ਸਿਆਸਤ ਥੱਲੇ ਆ, ਤੇ ਫਿਰ ਹੁਣੇ ਤੁਸੀਂ ਇਹ ਕਿਹਾ ਆ ਵੀ ਜਦੋਂ ਕੋਈ ਇਹਨਾਂ ਦਾ ਨਗ ਪੂਰਾ ਨਹੀਂ ਹੁੰਦਾ ਪੰਜਾਂ ਸਿੰਘ ਸਾਹਿਬਾਂ ਦਾ, ਤੇ ਉਹ ਫਿਰ ਦਰਬਾਰ ਸਾਹਿਬ 'ਚੋਂ ਗ੍ਰੰਥੀ ਨੂੰ ਜਾਂ ਹੈੱਡ ਗ੍ਰੰਥੀ ਨੂੰ ਸੱਦ ਕੇ ਇੱਧਰ ਬਰਾਬਰ ਬਹਾਲ ਲੈਂਦੇ ਆ। ਕੀ ਜੇ ਹਾਈ ਕੋਰਟ ਦੇ ਬੈਂਚ ਦੇ ਵਿੱਚ ਕੋਈ ਪੂਰੇ ਨਾ ਹੋਣ ਤੇ ਉਹ ਸੁਪਰੀਮ ਕੋਰਟ 'ਚੋਂ ਕਿਸੇ ਜੱਜ ਨੂੰ ਸੱਦ ਕੇ ਬਹਾਲ ਸਕਦੀ ਆ? ਇਹਦੇ ਬਾਰੇ ਦੱਸਿਓ ਜੀ ਵੀ ਦੋਹਾਂ 'ਚੋਂ ਉਹਦਾ ਕਿਹੜਾ ਵੱਡਾ ਆ? ਧੰਨਵਾਦ ਜੀ। ਮੈਂ ਤੁਹਾਨੂੰ ਇੱਕੋ ਹੀ ਐਗਜ਼ਾਮਪਲ ਦੇਵਾਂਗਾ ਜੀ। ਜਿਹੜਾ ਦੇਸ਼ ਦਾ ਰਾਸ਼ਟਰਪਤੀ ਬਣਦਾ ਵਾ ਉਹਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਹੈ, ਉਹ ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਚੁਕਾਉਂਦਾ ਜੀ। ਇਹ ਸਹੁੰ ਚੁੱਕਣ ਤੋਂ ਬਾਅਦ ਰਾਸ਼ਟਰਪਤੀ ਸਭ ਤੋਂ ਸੁਪਰੀਮ ਹੋ ਜਾਂਦਾ। ਉਸੇ ਤਰ੍ਹਾਂ ਆਪਣੀ ਮਰਿਆਦਾ ਵਾ ਵੀ ਜਦੋਂ ਅਕਾਲ ਤਖਤ ਤੇ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ, ਐਸਜੀਪੀਸੀ ਐਲਾਨ ਕਰਦੀ ਆ, ਫਿਰ ਉਹਨੂੰ ਤਾਜਪੋਸ਼ੀ ਕਹਿੰਦੇ ਅੱਜ ਕੱਲ। ਵੈਸੇ ਆਮ ਤੌਰ ਤੇ ਲਫ਼ਜ਼ ਨਾ ਸੇਵਾ ਸਮਾਂ, ਅੱਜ ਕੱਲ ਤਾਜਪੋਸ਼ੀ ਕਹਿੰਦੇ। ਜਦੋਂ ਉਹਦੀ ਤਾਜਪੋਸ਼ੀ ਹੋਣੀ ਹੁੰਦੀ ਆ, ਬਕਾਇਦਾ ਤੌਰ ਤੇ ਡੇਟ ਅਨਾਉਂਸ ਕੀਤੀ ਜਾਂਦੀ, ਉਹਦੇ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਆਉਂਦੀਆਂ ਵਾ ਆ ਕੇ ਸੁਰਭ ਵੀ ਦਿੰਦੀਆਂ। ਉਹਦੇ ਵਿੱਚ ਕੀ ਹੁੰਦਾ ਵਾ? ਸਾਡੀ ਮਰਿਆਦਾ ਦੇ ਮੁਤਾਬਕ ਜਥੇਦਾਰ ਅਕਾਲ ਤਖਤ ਨੂੰ ਮਾਨਤਾ ਉਦੋਂ ਹੀ ਮਿਲੇਗੀ ਜਿਵੇਂ ਰਾਸ਼ਟਰਪਤੀ ਨੂੰ ਜਿਹੜੀ ਸਹੁੰ ਚੁਕਾਉਂਦਾ ਸਾਡਾ ਚੀਫ ਜਸਟਿਸ ਜਿਹੜਾ ਸੁਪਰੀਮ ਕੋਰਟ ਦਾ, ਉਸੇ ਤਰ੍ਹਾਂ ਹੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਸਭ ਤੋਂ ਆ ਕੇ ਪਹਿਲਾ ਸਰੂਪਾ ਦੇਵੇਗਾ ਵੀ ਮੈਂ ਇਹਨੂੰ ਮਾਨਤਾ ਦਿੰਦਾ, ਫਿਰ ਉਹਨੂੰ ਮਾਨਤਾ ਮਿਲ ਜੇਗੀ ਤੇ ਉਸ ਤੋਂ ਬਾਅਦ ਬਾਕੀ ਜਥੇਬੰਦੀਆਂ ਉਹਨੂੰ ਜਿਹੜਾ ਵਾ ਉਹ ਸਰੂਪੇ ਦਿੰਦੀਆਂ ਜੀ। ਇਸ ਕਰਕੇ ਸਾਡੀ ਮਰਿਆਦਾ ਵਾ ਜਦੋਂ ਉਹਨੂੰ ਸਾਰੀਆਂ ਜਥੇਬੰਦੀਆਂ ਮਾਨਤਾ ਦੇ ਦਿੰਦੀਆਂ, ਜਿਹੜੇ ਬਾਕੀ ਜਿਹੜੇ ਜਥੇਦਾਰ ਮਾਨਤਾ ਦੇ ਦਿੰਦੇ ਆ, ਰਾਸ਼ਟਰੀ ਪਾਰਟੀ ਮਾਨਤਾ ਦਿੰਦੀ, ਫਿਰ ਉਹ ਸਰਪ੍ਰਵਾਨਿਤ ਜਥੇਦਾਰ ਬਣ ਜਾਂਦਾ ਜੀ। ਇਸ ਕਰਕੇ ਜਥੇਦਾਰ ਦੀ ਪਦਵੀ ਜਿਹੜੀ ਅਕਾਲ ਤਖਤ ਦੀ ਹੈ ਉਹ ਉੱਚੀ ਗਿਣੀ ਗਈ ਹੈ, ਲੇਕਿਨ ਇਹ ਮਾਨ ਦਿੱਤਾ ਗਿਆ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੂੰ ਕਿ ਬਾਬਾ ਬੁੱਢਾ ਜੀ ਦੀ ਗੱਦੀ ਤੋਂ ਬੈਠਾ ਵਾ ਜੀ, ਪਹਿਲਾ ਸਰੂਪਾ ਉਹਦਾ ਦਵਾ ਕੇ ਤੇ ਜਥੇਦਾਰ ਨੂੰ ਮਾਨਤਾ ਦਵਾਈ ਜਾਵੇ ਜੀ। ਇਹ ਨਹੀਂ ਗੱਲ ਨਹੀਂ, ਹੈੱਡ ਗ੍ਰੰਥੀ ਦਾ ਜਿਹੜਾ ਵਾ ਉਹ ਸਤਿਕਾਰ ਆ, ਉਹ ਸਤਿਕਾਰ ਉਹਦਾ। ਜਦੋਂ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੁੰਦਾ, ਤੁਹਾਨੂੰ ਪਤਾ ਹੋਏਗਾ ਪਹਿਲਾਂ 4 ਤਖਤ ਹੁੰਦੇ ਸੀ ਤੇ 5ਵਾਂ ਹੈੱਡ ਗ੍ਰੰਥੀ ਬਹਿੰਦਾ ਸੀ। 5 ਜਿਹੜੇ ਕਹਿੰਦੇ 5 ਸਿੰਘ ਸਾਹਿਬ ਬੈਠਦੇ ਆ, ਉਹ ਵੀ ਮੈਂਬਰ ਹੁੰਦੇ ਹਾਊਸ ਦੇ, ਲੇਕਿਨ ਉਹਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਅੱਜ ਕੱਲ 6 ਹੋ ਗਏ ਜੀ ਕਿ ਹੈੱਡ ਗ੍ਰੰਥੀ ਤੇ ਸਮੇਤ 5 ਤਖਤਾਂ ਦੇ ਜਥੇਦਾਰ ਤੇ 6ਵਾਂ ਹੈੱਡ ਗ੍ਰੰਥੀ ਉਹ ਹੋ ਗਏ। ਉਹਨੂੰ ਭਾਵੇਂ ਜਿਹਨੇ ਪ੍ਰਵਾਨਗੀ ਲਈ ਨਹੀਂ ਲਈ, ਲੇਕਿਨ ਹਾਊਸ ਦੇ ਵਿੱਚ 6 ਬੰਦੇ ਨਾਲ ਬੈਠਦੇ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ, ਲੇਕਿਨ ਉਹ ਮੈਂਬਰ ਹੁੰਦੇ। ਹੁਣ ਗੱਲ ਚੱਲਦੀ ਤੁਹਾਡੀ ਅਗਲੇ ਪਾਸੇ ਦੀ ਜਥੇਦਾਰ।
ਹੁਣ ਜਥੇਦਾਰ ਸਰਪ੍ਰਬੰਧ ਬਣ ਗਿਆ, ਜੀ ਉਹ ਸੀਨੀਅਰ ਬਣ ਗਿਆ। ਇਸ ਕਰਕੇ ਜਦੋਂ ਗਿਆਨੀ ਵਿਦਾਂਤੀ ਸਨ, ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਆਪਾਂ ਤਖਤਾਂ ਦੇ ਜਥੇਦਾਰ ਬੁਲਾਈਏ, ਜੀ ਤਖਤਾਂ ਦੇ ਜਥੇਦਾਰ ਮੀਟਿੰਗ ਕਰੀਏ। ਉਹਨਾਂ ਨੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਜਥੇਦਾਰ ਆਪ ਨਹੀਂ ਸੀ ਆਉਂਦੇ, ਉਹਨਾਂ ਦਾ ਮੀਤ ਜਥੇਦਾਰ ਜਾਂ ਹੈੱਡ ਗ੍ਰੰਥੀ ਵੀ ਭੇਜ ਦਿੰਦੇ ਸੀ। ਜੀ ਹੁਣ ਦਾ ਤਾਂ ਮੈਨੂੰ ਪਤਾ ਨਹੀਂ, ਪਹਿਲਾਂ ਇੱਕ ਮਰਿਆਦਾ ਸੀ ਵੀ ਜਿਹੜਾ ਉੱਥੋਂ ਦਾ ਜਥੇਦਾਰ ਉਹ ਆਪਣਾ ਉੱਥੋਂ ਇਲਾਕਾ ਨਹੀਂ ਛੱਡ ਸਕਦਾ, ਜੀ ਉਹ 10-15 ਕਿਲੋਮੀਟਰ ਘੇਰੇ ਜਾ ਸਕਦਾ, ਲੇਕਿਨ ਜਦੋਂ ਮਰਿਆਦਾ ਮੁਤਾਬਕ ਉੱਥੇ ਕੋਈ ਕਾਰਜ ਕਰਨਾ ਉਹਨੂੰ ਹਾਜ਼ਰ ਹੋਣਾ ਪੈਣਾ ਉੱਥੇ। ਬਾਈ ਚਾਂਸ ਵੀ ਉਹ ਨਹੀਂ ਪੁੱਛ ਸਕਿਆ ਤੇ ਜੇ ਮੀਤ ਜਥੇਦਾਰ ਉੱਥੇ ਬੈਠ ਗਿਆ ਤੇ ਫਿਰ ਉਹਦੀ ਜਥੇਦਾਰੀ ਗਈ, ਲੇਕਿਨ ਹੁਣ ਉਹ ਚੀਜ਼ ਨਹੀਂ ਹੈਗੀ, ਉਹਨੂੰ ਮਸ਼ਹੂਰ ਖਤਮ ਕਰਤੀ ਉਹਨਾਂ ਨੇ। ਜੀ ਜੀ ਇਸ ਕਰਕੇ ਜਦੋਂ 5 ਤਖਤਾਂ ਦੇ ਜਥੇਦਾਰ ਆ ਕੇ ਬੈਠੇ ਉੱਥੇ ਤੇ 6ਵੇਂ ਦੀ ਕੀ ਲੋੜ ਹੈਗੀ ਹੈ? 6ਵੇਂ ਦੀ ਲੋੜ ਉਦੋਂ ਪੈਣੀ ਆ ਜਦੋਂ ਕਿਸੇ ਤਖਤ ਦਾ ਜਥੇਦਾਰ ਨਹੀਂ ਆਇਆ। ਤਖਤ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਉਦੋਂ ਮਨਾ ਕਰਤਾ ਜਦੋਂ ਇਹਨਾਂ ਨੇ 1-2 ਹੁਕਮਨਾਮਿਆਂ ਤੇ ਸਾਈਨ ਕਰਾ ਲਏ ਉਹਨਾਂ ਨੇ ਨੀ ਜਥੇਦਾਰ ਦੇ, ਤਾਂ ਉਹਨਾਂ ਕਿਹਾ ਇਤਰਾਜ਼ ਕੀਤਾ ਵੀ ਅਸੀਂ ਤੇ ਸਾਈਨ ਨਹੀਂ ਸੀ ਕਰਨੇ। ਜੀ ਉਹਨਾਂ ਇਸ ਤੋਂ ਇਨਕਾਰ ਕਰਤਾ, ਜਿਵੇਂ ਸੌਦਾ ਸਾਹਿਬ ਦਾ ਕੰਮ ਸੀਗਾ ਇਸ ਵੇਲੇ ਹੋਰੀ ਦੁੱਧ ਨੇ ਇਹ ਹੁਕਮ ਨੇ ਹੋਏ ਆ, ਉਹਦੇ ਵਿੱਚ ਉਹਨਾਂ ਕਹਿਤਾ ਵੀ ਅਸੀਂ ਤੁਹਾਡੇ ਦੁਬਾਰਾ ਦੇਵਾਂਗੇ, ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕਰਨਗੇ। ਜੀ ਮੁੜ ਕੇ 4 ਜਥੇਦਾਰ ਹੁੰਦੇ ਤਖਤਾਂ ਦੇ ਤੇ 5ਵਾਂ ਫਿਰ ਹੈੱਡ ਗ੍ਰੰਥੀ ਨੂੰ ਬੁਲਾ ਲੈਂਦੇ, ਜੇ ਉਹ ਅਵੇਲੇਬਲ ਨਹੀਂ ਹੋਏਗਾ ਤੇ ਫਿਰ ਕਿਸੇ ਗ੍ਰੰਥੀ ਨੂੰ ਬੁਲਾ ਲੈਂਦੇ ਸੀ। ਲੇਕਿਨ ਸਾਡੇ ਮਾਨਯੋਗ ਜਿਹੜੇ ਬੇਬੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰੀ, ਉਹਨਾਂ ਨੇ ਇਹ ਸਾਰੀਆਂ ਮਰਿਆਦਾ ਛੱਡ ਕੇ ਉਹਨਾਂ ਕਿਹਾ ਨਹੀਂ ਆ 5 ਪਿਆਰੇ ਜਿਹੜੇ ਨਾ ਅੰਮ੍ਰਿਤ ਛਕਾਉਂਦੇ ਉਹੀ ਬੁਲਾ ਲਓ, ਉਹਨਾਂ ਸਾਰਨਾਂਗੇ ਆਪਾਂ। ਜੀ ਇਹ ਆਜਰੀ ਮਰਿਆਦਾ ਦੀ ਗੱਲ ਕਿ ਤੁਸੀਂ ਦੱਸ ਦਿਓ ਚੱਕਰਮਨ ਸਾਹਿਬ, ਤੁਸੀਂ ਬੜੇ ਪੜ੍ਹੇ ਲਿਖੇ ਬੰਦੇ ਹੋ, ਵਿਦਵਾਨ ਆਦਮੀ, ਤੁਹਾਡੇ ਕੋਲ ਸਿੱਖਣਾ ਹੁੰਦਾ ਕੁਝ ਨਾ ਕੁਝ। ਤੁਸੀਂ ਹਾਂ ਬਿਲਕੁਲ ਸਾਨੂੰ ਭਜਾ ਲੈਣੇ ਅੱਗੇ ਹੈ। ਤੇ ਪੱਟੀ ਸਾਹਿਬ ਹੁਣ ਕਹਿੰਦੇ ਜਿਹੜਾ ਸਿੱਖਿਆ ਦਾ ਸਿਲੇਬਸ ਹੈ ਉਹ ਚੇਂਜ ਹੋ ਰਿਹਾ ਤੇ ਵਿੱਚ ਕੁਝ ਨਵੇਂ ਜਿਹੜੇ ਨੇ ਡਿਵੈਲਪਮੈਂਟਸ ਉਹ ਦਰਜ ਕੀਤੀਆਂ ਜਾ ਰਹੀਆਂ ਨੇ, ਕਿਹੜੀਆਂ ਨੇ ਉਹ? ਨਹੀਂ, ਜਿਹੜੀ ਗੱਲ ਤੇ ਸਿਲੇਬਸ ਦੀ ਗੱਲ ਆਪਾਂ ਕਰਦੇ ਹਾਂ ਜੀ, ਇਹ ਤੇ ਕੇਂਦਰ ਸਰਕਾਰ ਦੀ ਪਾਲਿਸੀ ਹੈ ਜੀ, ਲੇਕਿਨ ਹੁਣ ਤੱਕ ਜਿਹੜੀਆਂ ਸੂਚਨਾਵਾਂ ਆ ਰਹੀਆਂ ਨੇ ਉਹਦੇ ਵਿੱਚ ਜਿਹੜੇ ਰਾਮ ਮੰਦਿਰ ਦਾ ਸ਼ਿਲਾਨਿਆਸ ਕੀਤਾ ਉਹ ਜਿਹੜਾ ਸਾਵਕਰ ਸੀ, ਉਹ ਵੱਲਭ ਭਾਈ ਪਟੇਲ ਸੀ, ਉਹ ਇਹਨਾਂ ਦੇ ਚੈਪਟਰ ਵੀ ਸ਼ਾਮਲ ਕੀਤੇ ਜਾ ਰਹੇ। ਮਤਲਬ ਪੂਰਾ ਸਿੱਖਿਆ ਨੀਤੀ ਦਾ ਪੂਰੀ ਤਰ੍ਹਾਂ ਭਗਵਾਕਰਨ ਕੀਤਾ ਜਾ ਰਿਹਾ ਜੀ। ਉਹਨਾਂ ਨੇ ਕਹਿਤਾ ਜਿਹੜੇ ਸਾਡੇ ਜਿਹੜੇ ਹੈਗੇ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਉਹਨਾਂ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਰਵਰੀ 2021 ਤੱਕ ਨਵੇਂ ਸਿਲੇਬਸ ਵਿੱਚ ਕੀ ਸ਼ਾਮਲ ਹੋਵੇਗਾ ਇਹ ਤੈਅ ਕਰ ਲਿਆ ਗਿਆ ਵਾ ਜੀ, ਤੇ ਇਹਦੇ ਵਿੱਚ ਰਾਮ ਮੰਦਿਰ ਵੀ ਸ਼ਾਮਲ ਹੋਵੇਗਾ। ਇਸ ਤੋਂ ਬਾਅਦ ਕਿਤਾਬਾਂ ਨੂੰ ਤਿਆਰ ਕਰਨ ਵਿੱਚ ਜਿਹੜੀ ਤਕਰੀਬਨ 1 ਸਾਲ ਦਾ ਸਮਾਂ ਲੱਗੇਗਾ ਜੀ। ਤੇ NCERT ਦੇ ਡਾਇਰੈਕਟਰ ਜਿਹੜੇ ਹੈਗੇ ਰਿਸ਼ੀਕੇਸ਼ ਸੈਨਾਪਤੀ, ਉਹਨਾਂ ਨੇ ਕਿਹਾ ਵੀ 2005 ਤੋਂ ਬਾਅਦ ਨਵਾਂ ਸਿਲੇਬਸ ਫਰੇਮਵਰਕ ਤਿਆਰ ਨਹੀਂ ਕੀਤਾ ਗਿਆ ਜੀ, ਤੇ ਨਵੀਂ ਸਿੱਖਿਆ ਨੀਤੀ ਦੇ ਨਾਲ ਜਿਹੜਾ ਸਰਕਾਰ ਨੇ ਨਵਾਂ ਸਿਲੇਬਸ ਬਣਾਉਣ ਲਈ ਕਿਹਾ ਗਿਆ ਹੈ, ਇਹ ਤੋਂ ਪਹਿਲਾਂ ਜਿਹੜਾ ਕੰਮ ਚੱਲ ਰਿਹਾ ਸੀ ਜਿਸ ਦੇ ਲਈ ਕਮੇਟੀਆਂ ਦਾ ਗਠਨ ਹੋਵੇਗਾ ਤੇ ਕਮੇਟੀਆਂ ਨੂੰ ਸੁਝਾਅ ਦਿੱਤੇ ਜਾਣਗੇ ਜੀ। ਉਹਨਾਂ ਸੁਝਾਵਾਂ ਦੇ ਮੁਤਾਬਕ ਹੀ ਤੁਹਾਨੂੰ ਦੱਸ ਰਿਹਾ ਵਾਂ, ਜਿਹੜੇ ਸਾਡੇ ਹੈਗੇ ਸਿੱਖਿਆ ਬਚਾਓ ਅੰਦੋਲਨ ਕਮੇਟੀ ਦੇ ਸੰਸਥਾਪਕ ਸਹਿਯੋਗਕ ਹੈਗੇ ਆ ਜੀ, ਤੇ ਸਿੱਖਿਆ ਸੰਸਕ੍ਰਿਤੀ ਦੇ ਸੁਧਾਰ ਦੇ ਰਾਸ਼ਟਰੀ ਸਕੱਤਰ ਨੇ ਅਤੁਲ ਕੋਠਾਰੀ ਜੀ, ਉਹਨਾਂ ਦਾ ਇਹ ਆ ਵੀ ਵਿਦਿਆਰਥੀ ਜੀਵਨ ਵਿੱਚ ਬੱਚੇ ਦਾ ਚੰਗਾ ਵਰਤਾਓ ਕਰਨ ਤੇ ਮਰਿਆਦਾ ਵਿੱਚ ਰਹਿਣ ਜੀ। ਰਾਮ ਜਨਮ ਭੂਮੀ ਵਿਵਾਦ ਨੂੰ ਸੁਲਝਣ ਤੋਂ ਲੈ ਕੇ ਭੂਮੀ ਪੂਜਨ ਤੱਕ ਤਕਰੀਬਨ 500 ਸਾਲ ਲੱਗ ਗਏ ਜੀ। ਇਹ ਸਭ ਵਿਦਿਆਰਥੀ ਨੂੰ ਪਤਾ ਹੋਣਾ ਚਾਹੀਦਾ ਜੀ, ਤੇ ਨਵੀਂ ਸਿੱਖਿਆ ਨੂੰ ਆਤਮ ਨਿਰਭਰ ਬਣਾਉਣ ਵਿੱਚ ਉਹਨਾਂ ਕਿਹਾ ਮਹੱਤਵਪੂਰਨ ਸਾਬਤ ਹੋਏਗੀ ਇਹ ਜਿਹੜੀ ਪ੍ਰਕਿਰਿਆ ਸਾਡੀ ਹੈਗੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਵੇਂ ਸਿਲੇਬਸ ਸੁਤੰਤਰਤਾ ਸੰਗਰਾਮ ਦੇ ਮਹਾਨਾਇਕ, ਹੁਣ ਵੇਖੋ ਜੀ ਮਹਾਨਾਇਕ ਭਗਤ ਸਿੰਘ ਆ, ਕਰਤਾਰ ਸਿੰਘ ਸਰਾਭਾ ਵਾ, ਇਹ ਨਹੀਂ ਪਤਾ, ਲੇਕਿਨ ਉਹਨਾਂ ਨੇ ਕਿਹਾ ਮਹਾਨਾਇਕ ਸੰਗਰਾਮ ਦੇ ਵੀਰ ਸਾਵਰਕਰ ਜੀ, ਗੋਪਾਲ ਸਿੰਘ ਗੋਖਲੇ ਤੋਂ ਇਲਾਵਾ ਜਦ ਰਿਆਸਤਾਂ 'ਚ ਵੰਡੇ ਆਜ਼ਾਦ ਭਾਰਤ ਨੂੰ ਏਕਤਾ ਦੇ ਸੂਤਰ 'ਚ ਪਰੋਣ ਵਾਲੇ ਜਿਹੜੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਆ ਜੀ, ਉਹਨਾਂ ਦੀ ਇੱਛਾ ਸ਼ਕਤੀ, ਉਹਨਾਂ ਦੀ ਕਿਤਾਬਾਂ, ਉਹਨਾਂ ਦਾ ਸਾਰਾ ਕਿਰਦਾਰ, ਉਹਨਾਂ ਦੇ ਚੈਪਟਰ ਵਿਦਿਆਰਥੀ ਤੱਕ ਪਹੁੰਚਾਉਣ ਲਈ ਜਿਹੜਾ ਲਾਜ਼ਮੀ ਆ, ਇਹ ਸਾਰੇ ਸਿਲੇਬਸ ਸ਼ਾਮਲ ਕੀਤੇ ਜਾਣਗੇ ਜੀ। ਇਹਦੇ ਵਿੱਚ ਉਹਨਾਂ ਕਿਤੇ ਵੀ ਨਹੀਂ ਗੱਲ ਕੀਤੀ ਕਿ ਅਸੀਂ ਕਰਤਾਰ ਸਿੰਘ ਸਰਾਭੇ ਦਾ ਕਰਾਂਗੇ, ਰਾਜਗੁਰੂ ਦਾ ਕਰਾਂਗੇ, ਅਸੀਂ ਸੁਖਦੇਵ ਦਾ ਕਰਾਂਗੇ, ਅਸੀਂ ਭਗਤ ਸਿੰਘ ਦਾ ਕਰਾਂਗੇ, ਉਹਦੇ ਵਿੱਚ ਕਿਤੇ ਵੀ ਗੱਲ ਨਹੀਂ ਕੀਤੀ ਉਹਨਾਂ ਨੇ ਜੀ। ਸਿੱਖਿਆ ਨੀਤੀ ਦਾ ਪੂਰੀ ਤਰ੍ਹਾਂ ਭਗਵਾਕਰਨ ਕੀਤਾ ਜਾਵੇਗਾ। ਹਾਲੇ ਤੱਕ ਸਿੱਖਿਆ ਨੀਤੀ ਵੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈ ਕਿ ਕਿਸ ਲੈਵਲ ਤੇ, ਕਿਸ ਪੱਧਰ ਤੇ ਹੋਵੇਗੀ, ਕਿਵੇਂ ਹੋਵੇਗੀ ਜੀ ਜੀ।
ਸੋ ਅੱਗੇ ਆਪਾਂ ਲੈ ਕੇ ਚੱਲੀਏ ਜੀ, ਤਾਂ ਆਪਾਂ ਜਿਹੜਾ ਜੀ ਗੈਂਗਸਟਰ ਗਗਨਦੀਪ ਦੀ ਮਾਂ ਸਮੇਤ 3 ਸਾਥੀ ਜਿਹੜੇ ਪੁਲਿਸ ਰਿਮਾਂਡ ਤੇ ਨੇ ਜੀ। ਜੀ 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 ਜੀ। ਉਹ ਵੇਖੋ ਜੀ, ਜਿਹੜੀ ਗਗਨਦੀਪ ਦੀ ਮਾਂ ਸੀ, ਵੇਖੋ ਕਿੰਨੀ ਦੀਦਾ ਦਲੇਰੀ ਹੈਗੀ ਆ। ਪੁੱਤ ਨੇ ਅਗੰਦਰੋਂ ਫੋਨ ਕੀਤਾ ਕਿ ਜਾਓ ਜਾ ਕੇ ਫਲਾਣੀ ਜਗ੍ਹਾ ਫਰੌਤੀ ਲੈ ਆਓ, ਤੇ ਮੇਰੀ ਗੱਲ ਹੋ ਗਈ ਆ। ਉਹ ਜੀ ਮਾਂ ਵੀ 3 ਬੰਦੇ ਨਾਲ ਲੈ ਕੇ, ਨਾਲ ਗੱਡੀ ਲੈ ਕੇ ਤੇ ਪਹੁੰਚੀ ਫਰੌਤੀ ਲੈਣ ਵਾਸਤੇ। ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਅਗਲਾ ਪਹਿਲਾਂ ਪ੍ਰਬੰਧ ਕੀਤੇ ਸੀ, ਪੁਲਿਸ ਨੇ ਦਬੋਚ ਕੇ ਤੇ ਜੇਲ੍ਹ ਸੁੱਟ ਦਿੱਤੇ। ਹੁਣ ਉਹਨਾਂ ਦਾ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ 3 ਦਿਨ ਦੇ ਰਿਮਾਂਡ ਤੇ ਪੁਲਿਸ ਨੇ ਲਿਆ ਵਾ ਜੀ। ਹੁਣ ਕੀ ਕੋ ਇਨਸਾਫ ਕਰਦੇ ਆ, ਇਹ ਹੁਣ ਪੁਲਿਸ ਬਾਅਦ ਦੱਸੇਗੀ। ਇਹ ਮਤਲਬ ਕਿ ਇਹਨਾਂ ਨੂੰ ਜਿਹੜਾ ਗਗਨਦੀਪ ਹੈ ਕਿਹੜੇ ਮਾਮਲੇ ਦੇ ਵਿੱਚ ਮਸ਼ਹੂਰ ਹੈ ਜੀ, ਕੀ ਕਾ ਹੈ, ਕੋਈ ਇਹਦੇ ਬਾਰੇ ਹੈ ਜਾਣਕਾਰੀ? ਇਹ ਗੈਂਗਸਟਰ ਜੀ, ਇਹਦੇ ਬੜੇ ਕਤਲ ਕੁਤਲ ਦੇ ਹੈਗੇ, ਬੜੇ ਕੇਸ ਤੇ ਹੈਗੇ। ਹਾਂ 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 ਬੇਸਿਕਲੀ ਗੈਂਗਸਟਰ ਜੀ। ਤੇ ਆਪਾਂ ਹੁਣ ਗੱਲ ਕਰੀਏ ਤਾਂ ਕਹਿੰਦੇ ਕਰੋਨਾ ਦਾ ਟੀਕਾ ਆ ਸਕਦਾ ਜੀ ਜਲਦ। ਵੇਖੋ ਜੀ, ਰਸ਼ੀਆ ਨੇ ਕਹਿਤਾ ਸੀ ਵੀ ਅਸੀਂ 11 ਤਰੀਕ ਨੂੰ ਜਿਹੜਾ ਸੀ ਉਹ ਟੀਕਾ ਦੇ ਦਿਆਂਗੇ। ਅੱਜ ਦਿੱਤਾ ਕਿ ਨਹੀਂ ਦਿੱਤਾ, ਕੀ ਕੀਤਾ ਦੇ ਬਾਰੇ ਕੋਈ ਜਾਣਕਾਰੀ ਨਹੀਂ, ਲੇਕਿਨ ਉਹਨਾਂ ਦਾ ਕੱਲ ਦਾ ਜਾਣ ਸੀ ਵੀ ਸਾਡਾ ਕੱਲ ਨੂੰ ਟੀਕਾ ਜਿਹੜਾ ਉਹ ਮਾਰਕੀਟ ਆ ਜਾਵੇਗਾ। ਉਹ ਮਾਰਕੀਟ 'ਚ ਆਉਂਦਾ ਕਿ ਉੱਥੇ ਆਉਂਦਾ ਵੀ ਉਹਨਾਂ ਕਿਹਾ ਸੀ ਪਹਿਲੀ ਖੇਪ ਤੇ ਅਸੀਂ 200 ਕਰੋੜ ਜਿਹੜੇ ਬਣਾਵਾਂਗੇ ਤੇ ਉੱਥੇ ਦੇਵਾਂਗੇ ਜਿੱਥੇ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ, ਜਿੱਥੇ ਬਹੁਤ ਜ਼ਿਆਦਾ ਮਰੀਜ਼ ਹੈਗੇ ਜੀ। ਲੇਕਿਨ ਮੈਂ ਤੁਹਾਨੂੰ ਭਾਰਤ ਦੀ ਵੀ ਗੱਲ ਦੱਸਦਾ, ਇਸ ਵੇਲੇ ਕਰੋਨਾ ਦੀ ਆਪਾਂ ਗੱਲ ਕਰੀਏ ਤੇ 70% ਮਰੀਜ਼ ਦਿੱਲੀ ਠੀਕ ਹੋ ਰਹੇ ਆ, 90% ਤਾਮਿਲਨਾਡੂ 'ਚ ਹੋ ਰਹੇ ਆ, 80% ਤੇ ਪੰਜਾਬ ਦੇ ਵਿੱਚ 64% ਹੋ ਰਹੇ ਤੇ 80% ਤਾਮਿਲਨਾਡੂ ਵਿੱਚ, ਪੰਜਾਬ 64% ਰਿਕਵਰੀ ਹੈ। ਜਿਹੜੀ ਅਸੀਂ ਦਾਵਾ ਕਰਦੇ ਸੀ ਵੀ ਨਹੀਂ ਸਾਡੀ ਰਿਕਵਰੀ ਜਿਹੜੀ 90% ਦੀ ਆ ਜੀ, ਸਾਡੀ 85% ਦੀ ਆ, ਹੁਣ ਇਹ ਗੱਲ ਬਿੱਲੀ ਥੱਲਿਓਂ ਬਾਹਰ ਆ ਗਈ ਵੀ ਪੰਜਾਬ ਦਾ ਹਾਲਤ ਬਹੁਤ ਹੀ ਵਧੀਆ ਨਹੀਂ ਜੀ। ਇਹਦੇ ਤੇ ਸਰਕਾਰ ਨੂੰ ਕੋਈ ਨਾ ਕੋਈ ਸਖਤ ਐਕਸ਼ਨ ਲੈਣਾ ਪਊ। ਜੇ ਸਰਕਾਰ ਨਹੀਂ ਲੈਂਦੀ ਤੇ ਫਿਰ ਹਾਲਾਤ ਦਿਨ ਪ੍ਰਤੀ ਦਿਨ ਮਾੜੇ ਹੋ ਜਾਣਗੇ। ਅੱਜ ਤੁਸੀਂ ਧਾਰਮਿਕ ਸਥਾਨਾਂ ਤੇ ਚੱਲ ਜਾਓ, ਉੱਥੇ ਕੋਈ ਮਾਸਕ ਨਹੀਂ ਪਾਉਂਦਾ, ਉੱਥੇ ਕੋਈ ਸੋਸ਼ਲ ਡਿਸਟੈਂਸ ਨਹੀਂ, ਸਭ ਇੱਕ ਦੂਜੇ ਦੇ ਵਿੱਚ ਵੱਜਣ ਡਿਆ, ਕੋਈ ਪੁੱਛਣ ਵਾਲਾ ਨਹੀਂ, ਕੋਈ ਪੜਾਉਣ ਵਾਲਾ ਨਹੀਂ, ਕੋਈ ਕਰਨ ਵਾਲਾ ਨਹੀਂ ਜੀ। ਤੁਸੀਂ ਬਹੁਤੀ ਕੀ ਜਾਣਾ ਗੱਲ। ਪਰਸੋਂ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਈ ਆਏ ਨੇ ਆਪਣੇ ਤਰਨਤਾਰਨ ਜੀ ਜੀ, ਤੁਸੀਂ ਦੇਖਿਆ ਵੀਡੀਓ ਉੱਤੇ ਵੀ ਸੋਸ਼ਲ ਡਿਸਟੈਂਸ ਕਿਤੇ ਹੈਗੀ ਸੀ? ਨਾ ਲੋਕਾਂ ਲਈ ਹੈ ਜੀ ਸੋਸ਼ਲ ਡਿਸਟੈਂਸ, ਉੱਥੇ ਵੀ ਕੋਈ ਨਹੀਂ ਸੀ ਹੈਗੀ। ਇਸ ਕਰਕੇ ਪੰਜਾਬ ਦੀ ਜੇ ਰਿਕਵਰੀ 64% ਦੀ ਰਹਿ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਹੋਰ ਵੀ ਗੜਬੜ ਹੋ ਸਕਦੀ ਹੈ ਜੀ। ਤੇ ਜੇ ਹੋਰ ਗੜਬੜ ਹੁੰਦੀ ਹੈ ਤੇ ਫਿਰ ਤੁਹਾਨੂੰ ਪਤਾ ਕਰੋਨਾ ਜਿਹੜਾ ਵਾ ਉਹ ਕੀ ਕਰੂਗਾ। ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਆ, ਉਹ ਕਰੋਨਾ ਪੋਜ਼ਿਟਿਵ ਪਾਏ ਗਏ ਤੇ ਸਾਰੇ ਟੈਸਟ ਕਰਾਏ, ਜਿੰਨੇ ਸਾਰੇ ਪੋਜ਼ਿਟਿਵ ਆ ਰਹੇ ਹੋਣ ਜੀ, ਉਹ ਸਾਰਾ ਉਹਨਾਂ ਦਫ਼ਤਰ ਹੀ ਬੰਦ ਕਰ ਦਿੱਤਾ, ਹਲਦੀ ਘੜੀ ਵੀ ਬੰਦ ਹੀ ਕਰ ਦਿਓ ਤੁਸੀਂ ਜੀ। ਤੇ ਉਹਨਾਂ ਦਾ ਕੀ ਬਣਿਆ ਜੀ, ਜਿਹੜੇ ਪੈਸੇ ਲੈ ਕੇ ਕੀ ਕਹਿੰਦੇ ਕਰੋਨਾ ਨਾਲੇ ਪੈਸੇ ਲੈ ਲੈਂਦੇ ਨਾਲੇ ਕਰੋਨਾ ਦੀ ਠੱਗੀ ਮਾਰੀ ਜਾਂਦੇ ਸੀਗੇ ਡਾਕਟਰਾਂ ਦਾ? ਉਹ ਤੇ ਵੱਡਿਆ ਕਰਦੇ ਕਾਕੇ ਆ ਜੀ। ਹਾਂ, ਫਿਰ ਵੀ ਕੋਈ ਅਪਡੇਟ ਤਾਂ ਦਿਓ ਕੀ ਉਹਨਾਂ ਦੀ ਅਜੇ ਤੱਕ ਅਪਡੇਟ ਆ ਵੀ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਜੀ, ਜਿਹੜੀ ਸਿੱਟ ਬਣਾਈ ਸੀ ਉਹ ਇਨਕੁਆਇਰੀ ਕਰ ਰਹੀ ਹੈ। ਉਹ ਕਦੀ ਕਹਿੰਦੇ ਸੀ ਬਿਆਨ ਕਲਮਬੰਦ ਕਰ ਰਹੇ ਆ, ਮੁੜ ਕੇ ਹਫ਼ਤੇ ਬਾਅਦ ਜਿੱਤਾਂਦੇ ਜੀ ਅਸੀਂ ਦੂਜੇ ਬੰਦੇ ਨੂੰ ਬੁਲਾਇਆ ਜੀ, ਤੀਜੇ ਨੂੰ ਬੁਲਾਇਆ ਜੀ, ਕੁਛ ਨਹੀਂ ਬਣਿਆ ਉਹਨਾਂ ਨੂੰ ਜੀ। ਅਜੇ ਬਿਆਨ ਹੀ ਕਲਮਬੰਦ ਹੋ ਰਹੇ। ਉਹਨਾਂ ਵਿਚਾਰਿਆਂ ਦਾ ਕੀ ਹੋਣਾ? ਉਹਦੇ ਗਰੀਬਾਂ ਦੇ ਜਿਨ੍ਹਾਂ ਦੇ ਮਰ ਗਏ ਕਿ ਪੁੱਛਣਾ ਉਹਨਾਂ ਨੂੰ? ਵੱਡੀਆਂ ਸਾਮੀਆਂ ਨੇ ਪਹਿਲੀ ਗੱਲ ਤੇ ਉਹਨਾਂ ਦੀ ਜਿਹੜੀ ਤੁਸੀਂ ਧਾਰਾ 307 ਕਿਉਂ ਲਾਈ ਹੋ ਜੀ? ਦੂਸਰੀ ਚੀਜ਼ ਵਿਜੀਲੈਂਸ ਇਨਕੁਆਇਰੀ ਲੈ ਕੇ ਤੁਸੀਂ ਕਿਉਂ ਦਿੱਤੀ? ਉਲਟਾ ਤੁਸੀਂ ਵਿਜੀਲੈਂਸ ਨੂੰ ਪੁੱਛ ਰਹੇ ਜੀ ਹੁਣ ਕਿ ਭਾਈ ਤੁਸੀਂ 307 ਕਿਵੇਂ ਲਾਤੀ ਜੀ? 307 ਬਣਦੀ ਸੀ ਉੱਤੇ, 307 ਲਾਉਣੀ ਚਾਹੀਦੀ ਸੀ, ਲਾਤੀ ਉਹਦਾ। ਕੈਪਟਨ ਸਾਹਿਬ ਇਹ ਵੀ ਸਪਸ਼ਟ ਕਰਦੇ ਨੇ ਵੀ ਕੀ ਜਿਹੜੀ ਉਹ ਬਾਰ-ਬਾਰ ਕਹਿ ਰਿਹਾ ਵੀ ਜਿਹੜੇ ਸਾਡੇ ਆ ਜ਼ਹਿਰੀਲੀ ਸ਼ਰਾਬ ਵਾਲੇ ਜਿਹੜੇ ਬੰਦੇ ਮਰੇ ਉਹਨਾਂ ਖਿਲਾਫ 302 ਲਾਈ ਜਾਏਗੀ ਜੀ ਜੀ। ਮੈਂ ਕੱਲ ਇੱਕ ਵਕੀਲ ਨਾਲ ਵੀ ਗੱਲ ਕੀਤੀ ਸੀ, ਉਹ ਕਹਿੰਦਾ ਜੀ ਜਦੋਂ ਇਹਦਾ ਪ੍ਰੋਸੈਸ ਚੱਲਿਆ, ਚਲਾਨ ਪੇਸ਼ ਹੋਇਆ, ਇਹਦੀ 304 ਦੇ ਵਿੱਚ ਹੀ ਸੁਣਵਾਈ ਹੋਣੀ ਆ, 302 ਚ ਨਹੀਂ ਹੋਣੀ, ਕਿਉਂਕਿ ਜਾਂ ਤਾਂ ਤੁਸੀਂ ਉਹਦਾ ਇੱਕ ਐਕਟ ਪਾਸ ਕਰੋ, ਐਕਟ ਪਾਸ ਕਰਨ ਤੋਂ ਬਾਅਦ ਫਿਰ ਤੁਸੀਂ ਦੱਸੋ ਵੀ ਅਸੀਂ ਆਹ ਕੁਛ ਕੀਤਾ। ਜਦੋਂ ਤੁਸੀਂ ਕੀਤਾ ਹੀ ਨਹੀਂ, ਕੋਈ ਐਕਟ ਨਹੀਂ ਪਾਸ ਕੀਤਾ, ਫਿਰ ਕਰੋ ਤੁਸੀਂ। ਜਦੋਂ ਉਹਦੀ ਤੁਸੀਂ ਪ੍ਰੋਵੀਜ਼ਨ ਦਿੱਤੀ ਨਹੀਂ ਕੋਰਟ ਨੂੰ ਵੀ ਤੁਸੀਂ ਆਹ ਕਰੋ, ਕੋਰਟ ਨੇ ਉਹ ਵੇਖਣਾ ਕਾਨੂੰਨ ਕੀ ਕਹਿੰਦਾ ਜੀ ਜੀ। ਜੇ ਤੁਸੀਂ 302 ਵੀ ਲਾਤੀ, ਇਹ ਗੱਲ ਆ ਵੀ ਤੁਸੀਂ 2-4 ਮਹੀਨੇ ਬਾਅਦ ਜੇਲ੍ਹ 'ਚ ਰੱਖ ਲਿਓ ਉਹਨਾਂ ਨੂੰ। ਜਦੋਂ ਉਹਦਾ ਜਿਹੜਾ ਚਲਾਨ ਪੇਸ਼ ਹੋਇਆ ਤੇ ਜੱਜ ਨੇ ਕਹਿਣਾ ਨਹੀਂ ਬਈ ਮੈਂ ਤੇ ਉਹ ਕਰੂੰਗਾ ਜੋ
ਇੱਥੇ ਸਾਡਾ ਕਾਨੂੰਨ ਕਹਿੰਦਾ। ਤੇ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਜੀ ਇਹਦੀ ਕਰੋਨਾ ਦੀ? ਕਿਹਦੀ ਜੀ? ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ, ਇਹਦੀ ਪੰਜਾਬ ਦੇ ਵਿੱਚ 64% ਦੀ ਰਿਕਵਰੀ ਹੈ ਬਸ। ਅੱਛਾ, ਬਸ ਇਸ ਵੇਲੇ ਬਿਲਕੁਲ ਜਿਹੜੇ ਕੇਸ ਵੱਧ ਰਹੇ ਨੇ, ਦਿਨ ਪ੍ਰਤੀ ਦਿਨ ਵੱਧ ਰਹੇ ਨੇ ਇਹਨਾਂ ਦੇ। ਇਸ ਵੇਲੇ ਜੇ ਆਪਾਂ ਇੰਟਰਨੈਸ਼ਨਲ ਦੀ ਗੱਲ ਕਰ ਲਈਏ ਤੇ 64% ਦੀ ਜਿਹੜੀ ਆ ਇਹ ਹੈਗੀ ਆ, 55% ਅਮਰੀਕਾ ਦੀ ਹੈਗੀ ਆ, ਬ੍ਰਾਜ਼ੀਲ ਦੀ 70% ਰਿਕਵਰੀ ਹੈਗੀ ਆ ਜੀ, ਪੂਰੇ ਭਾਰਤ ਦੀ 70%, ਪੂਰੇ ਭਾਰਤ ਦੀ 70% ਦੀ ਆ। ਮਤਲਬ ਵਰਲਡ ਦੇ ਵਿੱਚ ਰਿਕਵਰੀ ਜੇ ਭਾਰਤ ਤੀਸਰੇ ਨੰਬਰ ਤੇ ਆ ਜੀ, 70% ਦੀ ਰੂਸ ਦੀ ਆ, 73% ਦੀ ਤੁਹਾਡੀ ਦੱਖਣੀ ਅਫਰੀਕਾ ਦੀ ਆ, ਮੈਕਸੀਕੋ ਦੀ 67% ਦੀ ਆ, ਪੇਰੂ ਦੀ 68% ਦੀ ਆ, ਕੋਲੰਬੀਆ ਦੀ 55% ਦੀ ਆ, ਤੇ ਚਿਲੀ ਦੀ ਤਰ੍ਹਾਂ ਦੇ ਸਭ ਤੋਂ ਉੱਪਰ ਚਿਲੀ ਆ ਜਿਹਦੀ 93% ਦੀ ਰਿਕਵਰੀ ਹੈਗੀ ਹੈ ਜੀ 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 ਜੀ। ਤੇ ਇਸ ਕਰਕੇ ਜੇ ਪੰਜਾਬ ਦੀ ਗੱਲ ਕਰਦੇ ਤਾਂ 64% ਦੀ ਆ, ਤਾਮਿਲਨਾਡੂ ਦੀ 80% ਦੀ ਆ, ਦਿੱਲੀ ਦੀ 90% ਦੀ ਆ। ਜਿਹੜੇ ਕਰੋਨਾ ਦੇ 70% ਮਰੀਜ਼ ਜਿਹੜੇ ਓਵਰਆਲ ਠੀਕ ਹੋ ਰਹੇ, ਓਵਰਆਲ ਸਾਰੇ ਇੰਡੀਆ ਦੇ ਵਿੱਚ ਠੀਕ ਹੋ ਰਹੇ ਜੀ। ਤੇ ਕਹਿੰਦੇ ਮੰਤਰੀ ਸਾਹਿਬ ਲੋਕਾਂ ਦੇ ਤਾਂਡਿਆਂ ਮਿਹਨਿਆਂ ਤੋਂ ਕਹਿੰਦੇ ਜਾਗ ਪਏ ਤੇ ਕਹਿੰਦੇ ਮੈਂ ਪੜ੍ਹਾਈ ਕਰੂੰਗਾ ਹੁਣ। ਉਹ ਜੀ ਝਾਰਖੰਡ ਦੀ ਗੱਲ ਹੈ ਜੀ। ਝਾਰਖੰਡ ਦੇ ਵਿੱਚ ਇੱਕ ਮੰਤਰੀ ਸਾਹਿਬ ਸਾਡੇ ਹੈਗੇ ਨੇ ਮਾਨਯੋਗ, ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਜਗਨਨਾਥ ਮਹੰਤੋ ਆ, ਇਹ ਉੱਥੋਂ ਦੇ ਸਿੱਖਿਆ ਮੰਤਰੀ ਨੇ। ਤੇ ਜਦੋਂ ਸਿੱਖਿਆ ਮੰਤਰੀ ਬਣਿਆ ਸੀ ਲੋਕ ਕਹਿੰਦਾ ਮੈਨੂੰ ਮਜ਼ਾਕ ਕਰਦੇ ਵੀ 10ਵੀਂ ਬਣਿਆ ਸਿੱਖਿਆ ਕੀ ਰਹੂਗਾ ਜੀ। ਕਹਿੰਦਾ ਮੈਂ ਹੁਣ ਪੜ੍ਹਾਈ ਸ਼ੁਰੂ ਕਰਤੀ ਹੈ, ਮੈਂ +1 ਦੇ ਵਿੱਚ ਜਿਹੜਾ 11ਵੀਂ ਕਲਾਸ ਐਡਮਿਸ਼ਨ ਲੈ ਲਈ ਆ, ਮੈਂ ਐਜ ਏ ਵਿਦਿਆਰਥੀ ਬਣ ਕੇ ਕਲਾਸ ਲਾਇਆ ਕਰੂੰਗਾ ਜੀ ਤੇ ਪੜ੍ਹਾਈ ਕਰਿਆ ਕਰੂੰਗਾ। ਉਹ ਕਹਿੰਦੇ ਆ ਵੀ ਮੈਨੂੰ ਚੀਜ਼ੇ ਕੋਈ ਨਹੀਂ ਹੈਗੀ, ਕਿਉਂ ਜਿਹੜਾ ਲੋਕਾਂ ਦਾ ਲਾਮਾ ਸੀ ਉਹ ਲਾਉਣਾ ਮੇਰਾ ਫਰਜ਼ ਸੀਗਾ। ਮੈਂ ਕੰਮ ਵੀ ਕਰੂੰਗਾ, ਪੜ੍ਹਾਈ ਵੀ ਕਰੂੰਗਾ, ਸਭ ਕੁਛ ਕਰੂੰਗਾ ਆਪਣਾ। ਪਹਿਲਾਂ +2 ਕਰੂੰਗਾ, ਉਦੋਂ ਬਾਅਦ ਅਗਲੀ ਪੜ੍ਹਾਈ ਜਾਰੀ ਰੱਖੂੰਗਾ ਤੇ ਜਿੰਨਾ ਚਿਰ ਮੇਰਾ ਮੰਤਰੀਸ਼ਿਪ ਮੇਰੀ ਪੜ੍ਹਾਈ ਵੀ ਜਾਰੀ ਰਹੇਗੀ ਤੇ ਮੈਂ BA ਕਰਕੇ ਦੱਸੂੰਗਾ ਭਾਈ ਮੈਂ ਹੁਣ ਮੰਤਰੀ ਅਸਲੀ ਬਣ ਗਿਆ, ਨਕਲੀ ਨਹੀਂ ਰਿਹਾ। ਚਲੋ ਚੰਗੀ ਗੱਲ ਹੈ ਜੀ। ਵੈਸੇ ਤਾਂ ਉਮਰਾਂ ਚ ਕੀ ਰੱਖਿਆ, 52 ਸਾਲ ਦੀ ਉਮਰ ਹੈ ਉਹਨਾਂ ਦੀ ਜੀ। ਫਿਰ ਤਾਂ ਉਮਰ ਦੀ ਕਿਹੜੀ ਗੱਲ, ਕਿਹੜੀ ਉਮਰ ਹੈ ਜੀ? ਫਿਰ ਤਾਂ ਇੰਨਾ ਕੁ ਤੁਸੀਂ ਵੀ ਸਿਆਣੇ ਹੋ। ਧੰਨਵਾਦ ਪੱਟੀ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ, ਮਿਹਰਬਾਨੀ ਜੀ। ਕਾਲ ਲੈ ਜੀ, ਇੱਕ ਮਿੰਟ ਖੜ੍ਹ ਜਾਓ, ਕਾਲ ਆ ਗਈ ਜੀ ਇੱਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਸਾ ਬੋਲਦੇ? ਸਰ ਫਰੀਦਕੋਟ ਤੋਂ ਬੋਲ ਰਿਹਾ ਵੀਰਪਾਲ ਸਿੰਘ ਜੀ। ਬੋਲੋ ਜੀ। ਜੀ ਵੀਰਪਾਲ ਜੀ। ਹਾਂਜੀ ਸਰ, ਮੈਂ ਗੱਲ ਕਰਨੀ ਸੀ ਕਿ ਜਿਹੜੀ ਤਰਨਤਾਰਨ ਦੇ ਏਰੀਏ ਦੇ ਵਿੱਚ ਜਿਹੜੀ ਸ਼ਰਾਬ ਫੜੀ ਗਈ ਹੈ ਜੀ ਨਜਾਇਜ਼, ਜੀ ਜੀ, ਇਹਦੇ ਨਾਲ ਜਿਹੜੇ ਬੰਦੇ ਮਰ ਗਏ ਜਿੰਨੇ ਜੀ, ਉਹਨਾਂ ਨੂੰ ਕੈਪਟਨ ਸਾਹਿਬ ਨੇ ਕਹਿਤਾ ਕਿ ਇਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ ਜੀ 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 ਜੀ। ਪਰ ਜੇਕਰ ਇਹ ਹੈ ਕਿ ਜੇਕਰ ਮੁਆਵਜ਼ਾ ਦੇਣਾ ਜੀ ਤਾਂ ਜਿਹੜੇ ਬੰਦਿਆਂ ਤੋਂ ਸ਼ਰਾਬ ਫੜੀ ਗਈ ਹੈ, ਜਿਨ੍ਹਾਂ ਨੇ ਵੇਚਦੇ ਸਮਗਲਰ ਹੈ, ਉਹਨਾਂ ਦੀ ਜਾਇਦਾਦਾਂ ਕੁਰਕ ਕਰਕੇ ਉਹ ਚ ਮੁਆਵਜ਼ਾ ਦਿੱਤਾ ਜਾਵੇ, ਨਾ ਕਿ ਲੋਕਾਂ ਤੇ ਬੋਝ ਪਾਇਆ ਜਾਵੇ। ਗੱਲ ਪਤਾ ਕੀ ਹੈ, ਭਾਵੇਂ ਉਹ ਮੁਆਵਜ਼ਾ 50-50 ਲੱਖ ਵੀ ਕਿਉਂ ਨਾ ਬਣ ਜੇ, ਉਹਨਾਂ ਨੂੰ ਦਿੱਤਾ ਜਾਵੇ। ਪਰ ਇਹ ਜੋ ਵੀ ਹੁੰਦਾ ਚੱਕ ਕੇ ਸਾਰਾ ਬੋਝ ਲੋਕਾਂ ਤੇ ਪਾ ਦਿੰਦੇ ਆ ਤੇ ਬਸ ਉਹ ਗੱਲ ਰਫਾ ਦਫਾ ਹੋ ਜਾਂਦੀ ਹੈ ਜੀ। ਜਿਹੜੀ ਸਾਡੀ ਕਾਨੂੰਨੀ ਪ੍ਰਕਿਰਿਆ ਜੀ ਉਹ ਬੜੀ ਲੰਮੀ ਹੈ। ਜਿੰਨਾ ਚਿਰ ਇਹ ਬੰਦੇ ਦੋਸ਼ੀ ਜਿਹੜੇ ਅਦਾਲਤ ਨੂੰ ਠਹਿਰਾਏ ਜਾ ਸਕਦੇ, ਉਹਨਾਂ ਚਿਰ ਤੁਸੀਂ ਉਹਨਾਂ ਖਿਲਾਫ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰ ਸਕਦੇ। ਤੁਹਾਨੂੰ ਪਤਾ ਜਿਹੜੇ ਕਈ ਸਮਗਲਰ ਜਿਹੜੇ ਆ ਉਹ ਹੈਰੋਇਨ ਦੇ ਕੇਸ ਦੇ ਵਿੱਚ ਜਿਹੜੇ ਦੋਸ਼ੀ ਠਹਿਰਾਏ ਗਏ, ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਪੈਸੇ ਸਰਕਾਰੀ ਖਾਤੇ ਚ ਆਏ ਨੇ ਜੀ। ਇਸ ਕਰਕੇ ਇਹਨਾਂ ਦੀ ਕਾਰਵਾਈ ਤੁਸੀਂ ਕਹੇ ਬਿਲਕੁਲ ਠੀਕ ਆ। ਆਮ ਲੋਕ ਦੀ, ਤੁਹਾਡੀ ਨਹੀਂ, ਆਮ ਲੋਕਾਂ ਦੀ ਰਾਏ ਹੈ ਵੀ ਇਹ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਇਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਬਿਲਕੁਲ ਲੋਕ ਰਾਏ ਅੱਜ ਦੀ 50 ਲੱਖ ਦਿਓ ਤੁਸੀਂ, ਲੇਕਿਨ ਸਰਕਾਰੀ ਫੰਡ ਨਾ ਦਿਓ। ਲੇਕਿਨ ਉਹਨਾਂ ਦੀ ਗੁਰਕ ਉਦੋਂ ਹੋ ਸਕਦੀ ਹੈ ਜਦੋਂ ਉਹ ਦੋਸ਼ੀ ਠਹਿਰਾਏ ਜਾਣਗੇ, ਅਦਾਲਤਾਂ ਦੋਸ਼ੀ ਠਹਿਰਾ ਦੇਣਗੀਆਂ, ਫਿਰ ਸਰਕਾਰ ਨੂੰ ਫੁੱਲ ਹੋ ਜਾਏਗੀ ਵੀ ਤੁਸੀਂ ਉਹਨੇ ਜਾਇਦਾਦਾਂ ਕੁਰਕ ਕਰ ਸਕਦੇ ਹੋ ਜੀ। ਕਾਲ ਲੈ ਲਈਏ 92-164 ਤੇ ਆਉਣੇ ਜੀ। ਵੀਰ ਜੀ ਸਤਿ ਸ਼੍ਰੀ ਅਕਾਲ, ਜਗਜੀਤ ਬੋਲਦਾ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਜੀਤ ਜੀ। ਮੈਂ ਕਿਹਾ ਜੀ ਫੇਰ ਤਾਂ ਅੱਗੇ ਆਪਣੇ ਅਕਾਲੀ ਦਲ ਦੇ ਵਿੱਚ ਵੀ ਸੀਗਾ ਸਿੱਖਿਆ ਮੰਤਰੀ, ਉਹ ਵੀ ਵਿਚਾਰ ਅਨਪੜ੍ਹ ਸੀ, ਅਗਲੀ ਵਾਰੀ ਉਹਨੂੰ ਵੀ BA ਕਰਕੇ ਆਉਣਾ ਚਾਹੀਦਾ। ਇੱਕ ਸੀਗਾ ਜੀ, ਜੇ ਕੋਈ ਜਾਣਕਾਰੀ ਹੋਵੇ ਜਿਹੜੀ ਲੁਧਿਆਣੇ 'ਚ ਵੀ ਪੱਗ ਲਾਈ ਸੀ ਕਹਿੰਦੇ ਸੀ ਬਿੱਟੂ ਦੇ ਬੰਦਿਆਂ ਨੇ, ਉਹਦੀ ਕੋਈ ਅਪਡੇਟ ਵਗੈਰਾ ਹੈ ਜੀ? ਨਹੀਂ, ਅਪਡੇਟ ਉਹਦਾ ਕਿਉਂ ਹੋਣਾ ਜੀ? ਸਰਕਾਰ ਦਾ ਕੰਮ ਸਰਕਾਰ ਦੀ ਕਰੂ। ਹਾਲ ਦੀ ਗੱਲ ਤੇ ਅਲਟੀਮੇਟਮ ਦਿੱਤਾ, ਕੱਲ ਤੱਕ ਸੁਣਿਆ ਨਹੀਂ ਵੀ ਤੁਸੀਂ ਕਾਰਵਾਈ ਨੇ ਕੀਤੀ ਵੀ ਸਖਤ ਐਕਸ਼ਨ ਲਵਾਂਗੇ। ਤੁਹਾਨੂੰ ਪਤਾ ਬਹਿਸ ਹੋਈ ਜਿਵੇਂ ਉੱਚੀ ਉੱਚੀ ਬੋਲਦੇ ਹੁੰਦੇ ਆ ਵੀ ਅਸੀਂ ਕਰ ਦਿਆਂਗੇ, ਜੇ ਕਰਦੇ ਉਹ, ਲੇਕਿਨ ਸਰਕਾਰ ਦੂਜੇ ਪਾਸੇ ਜੀ। ਸਰਕਾਰ ਨੇ ਆਪਣੀ ਕਾਰਵਾਈ ਤਰੀਕੇ ਨਾਲ ਕਰਨੀ, ਪੋਲੀਟੀਕਲ ਤੌਰ ਤੇ ਸਭ ਕੁਛ ਹੋਇਆ ਵਾ। ਬਸ ਪਹਿਲੀ ਗੱਲ ਤੇ ਵੇਖੋ, ਮੈਂ ਇੱਕ ਬੇਨਤੀ ਕਰੂੰਗਾ,
ਤੁਹਾਨੂੰ ਇਸ ਗੱਲ ਦਾ ਪਤਾ ਵੀ ਅਕਾਲੀਏ ਰਾਜਪਾਲ ਕੋਲ ਕਿਉਂ ਜਾ ਰਹੇ ਨੇ ਬਾਰ-ਬਾਰ ਦੇਣ ਵਾਸਤੇ ਮੰਗ ਪੱਤਰ? ਐਸਐਸਪੀ ਦਫ਼ਤਰ ਮੋਹਰੇ ਕਿਉਂ ਬੈਠੇ? ਉਹਦਾ ਕਾਰਨ ਉਹਨੂੰ ਪਤਾ ਜੇ ਕੈਪਟਨ ਦੀ ਕੋਠੀ ਤੇ ਡਾਂਗ ਬੜੀ ਪੈਣੀ ਹੈ ਜੀ, ਉਹ ਤਾਂ ਜੁੱਤੀਆਂ ਬਣੀਆਂ, ਸਾਨੂੰ ਨਾ ਜਾਓ ਉੱਥੇ, ਤੁਸੀਂ ਐਸਐਸਪੀ ਨੂੰ ਦੇ ਦਿਓ, ਤੁਸੀਂ ਰਾਜਪਾਲ ਨੂੰ ਦੇ ਦਿਓ। ਫਿਰ ਦੂਜੀ ਚੀਜ਼ ਵੇਖੋ, ਜੇ ਕੋਈ ਹੋਰ ਉੱਥੇ ਜਾਵੇ, ਤੁਹਾਡਾ ਚੰਡੀਗੜ੍ਹ ਦੇ ਫੜ ਕੇ ਅੰਦਰ ਉਹਨਾਂ ਨੂੰ ਗ੍ਰਿਫਤਾਰੀਆਂ ਕਰਕੇ ਅੰਦਰ ਦਿੱਤੇ ਜਾਂਦੇ ਆ, ਤਾਂ 2 ਵਾਰੀ 1 ਹਫ਼ਤੇ ਜਾ ਰਿਹਾ ਅਕਾਲੀ ਉੱਥੇ ਰਾਜਪਾਲ ਨੂੰ ਫੜ ਕੇ ਬਾਂਹ ਜੀ ਫੜ ਕੇ ਤੇ ਪਰਾਂ ਨੂੰ ਤੋੜ ਦਿੰਦੇ ਆ ਬਸ। ਠੀਕ ਹੈ ਨਾ। ਇਸ ਕਰਕੇ ਜਿਹੜੀ ਗੱਲ ਤੁਸੀਂ ਇਹ ਗੱਲ ਕਹੀ ਆ, ਉਹ ਕੀ ਬਣਿਆ, ਉਹ ਕੀ ਬਣਨਾ ਸਰਕਾਰ ਦਾ ਕੰਮ ਆ। ਜੇ ਬਹਿਸ ਹੋ ਰਹੀ, ਜਿੰਨੇ ਤਕੜੇ ਹੋ ਕੇ ਬਣਨਗੇ, ਕੱਲ ਨੂੰ ਕੋਈ ਪਰਚਾ ਕਰ ਵੀ ਦੇਣਗੇ। ਜੇ ਉਹਨਾਂ ਪਰਚਾ ਕੀਤਾ ਵੀ ਆ, ਉਹ 295 ਇਹਦੀ ਲਾਈਏ ਤੇ ਉਹਨਾਂ ਦੇ ਉੱਤੇ। ਜੇ ਇਹ ਚੰਗੇ ਹੁੰਦੇ ਤੇ ਆਪਣੇ ਬੰਦੇ 5 ਲੈ ਕੇ ਤੇ ਡੀਸੀ ਨੂੰ ਜਾ ਕੇ ਰਕਮ ਦੇ ਕੇ ਲਾਓ ਜੀ, ਸਰਕਾਰੀ ਖਜ਼ਾਨੇ 'ਚ ਭੇਜ ਦਿਓ ਮੁੱਖ ਮੰਤਰੀ। ਉਹ ਕਿਤੇ ਬਿਹਤਰ ਹੁੰਦਾ ਹੈ ਨਾਲੋਂ, ਨਾਲੇ ਉਹ ਗੱਲ ਮੁੱਖ ਮੰਤਰੀ ਤੇ ਜਾਂਦੀ ਵੀ ਮੈਨੂੰ ਪੈਸੇ ਵੇਲੇ ਭੇਜੀ ਵੀ ਇੰਨੇ ਪੈਸੇ ਭੇਜੇ। ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਤੁਹਾਡਾ, ਮਿਹਰਬਾਨੀ, ਸ਼ੁਕਰੀਆ।